जथेदार जी की गोली मार के हत्या कर दी जाती है 21 दसंबर 1981। एडा वड्डा परिवार च हादसा होने तो बाद मेरे सिर ते आशीर्वाद रखा कि मनु भी उस थां ते बिठाया लिया के 32 साल बाद 81 तो बाद 2013 जिथों मेरे पिता इस सफर छड़ के गए सीगे। सज्जन कुमार टाइटलर दे नाल कांग्रेस राज दे विच नौ लैना कोई सौखा काम सी। असीं उन्हां तों नहीं डरे। मेरे उत्ते बंब केस पै जाण 1985 दे विच मनु घरों चुके जा जाण, असीं उस तों नहीं डरे। संत जरनैल सिंह खालसा पिंडराणे दी फोटो करके मेरा पासपोर्ट इंपाउंड होवे, मेरे ते टाडा ला दिता जावे, मैं उस तों नहीं डरिया। गुरु दी बख्शिश है, हमेशा दृढ़ता दे नाल असीं सिख इशू के उत्ते पहरा दिता और दिंदे रवांगे। मेरा जन्म 18 जुलाई 1958 चाबीगंज इलाका जिहड़ा कश्मीरी गेट पुरानी दिल्ली दे विच है उत्थे हुंदा है। मैं अपने परिवार चों वड्डे भाई साहब तजिंदर सिंह तो बाद नंबर 2 मेरे नाम दा। 2 मेरे तो छोटे भरा ने, एक साडी सब तो छोटी सिस्टर है। मनु बचपन तो जे कोई सवाल किया जाए कि मैं सियासत किवें आ गया, मैं उसका जवाब नहीं दे सकता। हाँ, ये जरूर है कि अपने पिता दे जिन्ने भी काम सीगे और वो काम मोर्चियां दे साडे सामने 30 तो वध दफ़ा गिरफ्तारियां हुई ने, उन्होंने जेलों च मिलन जाना, कदी रोहतक जेल, कदी चरखी दादरी, कदी बनारस, कदी आगरा, कदी दिल्ली तिहाड़ जेल, कदी फिरोजपुर जेल। मैं समझदा वां कि ये सारे घटनाक्रम नूं मैं ऑबजर्व करता हुंदा सी और पिता दे नाल कई जगह मैं जांदा रहा वां छोटी अवस्था तो। मेरा सफ़र सियासत दे नाल बहुत छोटी उम्र तो ही मेरे पिता दे नाल शुरू होया। मनु 1964 जदों पंडित नेहरू की डेथ हुंदी है, मनु वो दिन चंगी तरह याद है कि जदों उहदी डेड बॉडी जा रही सी, ਉਹਦੇ ਪਿੱਛੇ मैं अपने पिता ਦੇ ਨਾਲ ओपन जीप ਵਿੱਚ ਗਿਆ ਸੀਗਾ। ਇਸ ਤੋਂ ਬਾਅਦ ਕਦੀ ਸੀਸਗੰਜ ਸਾਹਿਬ ਤੇ ਹਮਲਾ ਹੁੰਦਾ ਹੈ 1966-67 ਦੇ ਵਿੱਚ, ਕਿਵੇਂ ਜਥੇਦਾਰ ਜੀ ਨੂੰ ਸੱਟਾਂ ਲੱਗਦੀਆਂ ਨੇ, ਕਿਵੇਂ 1968 ਦੇ ਵਿੱਚ ਕੋਤਵਾਲੀ ਲਈ ਜਾਂਦੀ ਹੈ, ਕਿਵੇਂ ਬੰਗਲਾ ਸਾਹਿਬ ਦੀ ਸੜਕ ਬੰਦ ਕੀਤੀ ਜਾਂਦੀ ਹੈ 1968 ਦੇ ਵਿੱਚ ਹੀ। 69 ਦੇ ਵਿੱਚ ਕਿਵੇਂ ਲੜਾਈ ਕਰਕੇ ਝਗੜਾ ਕਰਕੇ ਪੁਲਿਸ ਦੇ ਨਾਲ ਇੰਦਰਾ ਗਾਂਧੀ ਉਤਾਰੂ ਹੋ ਗਈ ਸੀਗੀ ਕਿ ਇਹ ਸਰੋਵਰ ਦੀ ਥਾਂ ਜਿਹੜੀ ਹੈ ਧਿਰੇਂਦਰਾ ਬ੍ਰਹਮਚਾਰੀ ਨੂੰ ਦੇਣੀ ਹੈ। ਕਦੀ ਅਗਲੀ ਸੜਕ ਮਹਾਰਾਜਾ ਜੈ ਸਿੰਘ ਮਾਰਗ ਬੰਦ ਹੋ ਜਾਂਦਾ ਹੈ, ਕਦੀ ਲੰਗਰ ਵਾਲੀ ਥਾਂ 1962 ਚ ਪੰਡਤ ਨਹਿਰੂ ਦੇ ਵਕਤ ਲਈ ਜਾਂਦੀ ਹੈ। ਮੈਂ ਸਮਝਦਾ ਇਹ ਸਾਰੀਆਂ ਚੀਜ਼ਾਂ ਗੋਲ ਮੇਠੀ ਚੌਂਕ ਦੇ ਉੱਤੇ ਧਰਨਾ ਲੱਗਦਾ ਹੈ ਪੰਜਾਬੀ सूबे का
ਔਰ ਮੈਂ ਛੋਟੀ ਉਮਰ ਦੇ ਵਿੱਚ ਹੀ 7-8 ਸਾਲ ਦੀ ਉਮਰ 'ਚ 24 ਘੰਟੇ ਦੀ ਭੁੱਖ ਹੜਤਾਲ 'ਚ ਪਿਤਾ ਨਾਲ ਬੈਠਦਾ ਵਾਂ, ਜਿਹੜਾ ਪ੍ਰਾਈਮ ਮਿਨਿਸਟਰ ਹਾਊਸ ਦੇ ਨੇੜੇ ਸੀਗਾ। ਇਹ ਸਾਰੀਆਂ ਚੀਜ਼ਾਂ ਆਪਣੇ ਸਾਹਮਣੇ ਗੁਜ਼ਰੀਆਂ ਦੇਖੀਆਂ ਨੇ। ਕਿਤੇ ਇੰਗਲੈਂਡ 'ਚ ਦਸਤਾਰ ਦਾ ਮੋਰਚਾ 69 'ਚ ਜਥੇਦਾਰ ਜੀ ਜਿੱਤੇ ਨੇ, ਔਰ ਅਖੀਰ ਉਹ ਦਿਨ ਆਉਂਦਾ ਹੈ ਜਦੋਂ ਜਥੇਦਾਰ ਜੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ 21 ਦਸੰਬਰ 1981। ਉਸ ਦਿਨ ਤੋਂ ਬਾਅਦ ਮੈਂ ਸਮਝਦਾ ਕਿ ਮੇਰੇ ਪਰਿਵਾਰ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆਇਆ। ਕੌਮ ਨੂੰ ਘਾਟਾ ਪਿਆ, ਸੰਗਤ ਨੂੰ ਨੁਕਸਾਨ ਹੋਇਆ, ਲੇਕਿਨ ਜੇ ਮੈਂ ਪਰਿਵਾਰਕ ਗੱਲ ਕਰਾਂ ਤੇ ਸਾਡੇ ਵਾਸਤੇ ਹਾਦਸਾ ਬਰਦਾਸ਼ਤ ਕਰਨਾ ਬੜਾ ਔਖਾ ਸੀਗਾ। ਸੰਤ ਲੌਂਗੋਵਾਲ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਹੜੇ ਜਥੇਦਾਰ ਜੀ ਦੇ ਭੋਗ ਤੇ ਖੁਦ ਹਾਜ਼ਰ ਹੁੰਦੇ ਨੇ, ਮੈਨੂੰ ਸਰੋਪਾ ਦਿੱਤਾ ਜਾਂਦਾ ਹੈ ਸੰਤ ਭਿੰਡਰਾਂਵਾਲਿਆਂ ਵੱਲੋਂ ਕਿ ਪਰਿਵਾਰ ਦੇ ਵਿੱਚੋਂ ਮਨਜੀਤ ਸਿੰਘ ਨੂੰ ਸਿਆਸਤ ਵਾਸਤੇ ਅੱਗੇ ਕਰੇਗਾ। ਹਾਲਾਂਕਿ ਮੇਰੇ ਮਾਤਾ ਹੋਰ ਮੇਰੇ ਰਿਸ਼ਤੇਦਾਰ ਇਸ ਲਈ ਰਾਜੀ ਨਹੀਂ ਸਨ, ਲੇਕਿਨ ਸੰਤਾਂ ਦੇ ਦਬਾਅ ਕਰਕੇ ਇਹ ਫੈਸਲਾ ਲਿਆ ਗਿਆ ਕਿ ਮਨਜੀਤ ਸਿੰਘ ਬਚਪਨ ਤੋਂ ਜਥੇਦਾਰ ਜੀ ਨਾਲ ਰਿਹਾ ਤੇ ਇਸੇ ਨੂੰ ਹੀ ਅੱਗੇ ਕੀਤਾ ਜਾਏਗਾ। ਜਿਵੇਂ ਤੁਹਾਨੂੰ ਮੈਂ ਜ਼ਿਕਰ ਕੀਤਾ ਕਿ 1981 21 ਦਸੰਬਰ ਜਥੇਦਾਰ ਜੀ ਦੀ ਡੈਥ ਤੋਂ ਬਾਅਦ ਮੈਨੂੰ ਜਦੋਂ ਸਿਆਸਤ ਦੇ ਵਿੱਚ ਲਿਆਂਦਾ ਗਿਆ, ਮੈਂ ਸਮਝਦਾ ਮੈਂ ਆਪਣੇ ਮੋਢਿਆਂ ਤੇ ਇੱਕ ਬਹੁਤ ਵੱਡਾ ਭਾਰ ਮਹਿਸੂਸ ਕੀਤਾ। ਭਾਰ ਇਹ ਮਹਿਸੂਸ ਕੀਤਾ ਕਿ ਅੱਜ ਸਾਡੇ ਨਾਲ ਕੀ ਬਣੇਗਾ। ਕੀ ਕਸੂਰ ਸੀ ਜਥੇਦਾਰ ਸਾਹਿਬ ਦਾ ਕਿ ਜਿਨ੍ਹਾਂ ਨੇ ਇੰਨਾ ਕੁਝ ਕੀਤਾ ਹੋਵੇ ਔਰ ਉਹਨਾਂ ਨੂੰ ਅਖੀਰ ਇਹੋ ਜਿਹਾ ਅੰਤ ਦੇਖਣਾ ਪਿਆ ਹੋਵੇ। ਇੱਕ 1978 ਦਾ ਵਾਕਿਆ ਮੈਂ ਦੱਸਿਆ ਨਿਰੰਕਾਰੀ ਮੂਵਮੈਂਟ ਦਾ, ਲੇਕਿਨ ਮੈਂ ਸਮਝਦਾ ਕਿ ਜਿਹੜਾ ਸਹੀ ਸਿਆਸੀ ਮੇਰਾ ਸਮਾਂ ਜਦੋਂ ਮੈਨੂੰ ਯੂਥ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ 1982 'ਚ, ਉਹ ਸ਼ੁਰੂ ਹੁੰਦਾ ਹੈ ਜਿਹਦੇ ਵਿੱਚ 1982 'ਚ ਦੋ ਬਹੁਤ ਵੱਡੇ ਕੰਮ ਹੁੰਦੇ ਨੇ। ਜਿਹਦੇ ਵਿੱਚ ਇੰਗਲੈਂਡ 'ਚ ਇੱਕ ਬੱਚੇ ਨੂੰ 8ਵੀਂ ਪੜ੍ਹਦੇ ਨੂੰ ਬਾਹਰ ਕੱਢਿਆ ਜਾਂਦਾ ਕਿਉਂਕਿ ਉਹਦੇ ਸਿਰ ਤੇ ਦਸਤਾਰ ਸੀਗੀ। ਮੈਂ ਪਹਿਲਾ ਮੁਜ਼ਾਹਰਾ ਬ੍ਰਿਟਿਸ਼ ਹਾਈ ਕਮਿਸ਼ਨ ਦੇ ਬਾਹਰ ਕਰਦਾ ਵਾਂ ਔਰ ਬਹੁਤ ਭਰਵਾਂ ਮੁਜ਼ਾਹਰਾ ਹੁੰਦਾ ਹੈ। ਮਾਰਗਰਟ ਥੈਚਰ ਨੂੰ ਚਿੱਠੀ ਲਿਖੀ ਜਾਂਦੀ ਹੈ, ਉਹਦਾ ਜਵਾਬ ਆਉਂਦਾ ਹੈ ਔਰ ਉਹ ਬੱਚੇ ਨੂੰ ਵਾਪਸ ਐਡਮਿਟ ਕੀਤਾ ਜਾਂਦਾ ਹੈ। ਮੈਂ ਸਮਝਦਾ ਕਿ ਬਹੁਤ ਵੱਡਾ ਮਸਲਾ ਹੱਲ ਹੁੰਦਾ ਹੈ। ਔਰ ਉਸੇ ਸਾਲ ਹੀ ਜਿਹੜੀ ਬਾਲਾ ਸਾਹਿਬ ਹਸਪੀਟਲ ਤੁਸੀਂ ਦੇਖਦੇ ਹੋ, ਉਸ ਹਸਪੀਟਲ ਦੀ ਜ਼ਮੀਨ ਵਾਸਤੇ ਮੈਨੂੰ, ਮੇਰੇ ਨਾਲ ਮੇਰੇ ਸਾਥੀਆਂ ਨੂੰ ਔਰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸਹਿਯੋਗ ਦੇ ਨਾਲ ਤਰਵਿੰਦਰ ਸਿੰਘ ਮਰਵਾ, ਨਰਿੰਦਰ ਸਿੰਘ ਗਾਂਧੀ, ਕੁਲਦੀਪ ਸਿੰਘ ਭੋਗਲ, ਅਸੀਂ 10 ਰਾਤਾਂ ਕੱਟਦੇ ਹਾਂ। ਸੰਗਤ ਸਾਡੇ ਨਾਲ ਰਾਤਾਂ ਕੱਟਦੀ ਹੈ। ਪੁਲਿਸ ਦਾ ਬੜਾ ਪ੍ਰੈਸ਼ਰ ਹੈ ਔਰ ਕਿਸ ਤਰੀਕੇ ਨਾਲ ਜ਼ਮੀਨ ਲਈ ਜਾਂਦੀ ਹੈ, ਸਾਰਾ ਕੁਝ ਤੁਹਾਡੇ ਸਾਹਮਣੇ ਹੈ। 1984 ਦੇ ਆਸ-ਪਾਸ ਜਦੋਂ ਮੋਰਚਾ ਲੱਗਦਾ 82 ਤੋਂ 83 ਤੋਂ, ਮੇਰਾ ਸੰਤਾਂ ਦੇ ਨਾਲ ਬਹੁਤ ਪਿਆਰ ਸੀ, ਸੰਤ ਲੌਂਗੋਵਾਲ ਜੀ ਨਾਲ, ਸੰਤ ਭਿੰਡਰਾਂਵਾਲਿਆਂ ਨਾਲ। ਔਰ ਇਸ ਮੋਰਚੇ ਦੌਰਾਨ ਮੈਂ ਕਈ ਦਫਾ ਦਰਬਾਰ ਸਾਹਿਬ ਗਿਆ। ਜਦੋਂ ਗੋਲਡਨ ਟੈਂਪਲ ਐਕਸ਼ਨ ਹੋਣ ਤੋਂ ਕੁਝ ਸਮਾਂ ਪਹਿਲਾਂ, ਮਹੀਨਾ ਡੇਢ ਪਹਿਲੇ ਮੈਨੂੰ ਜਾਣ ਦਾ ਮੌਕਾ ਮਿਲਿਆ। ਸੰਤ ਜਰਨੈਲ ਸਿੰਘ ਹੋਰਾਂ ਦੇ ਨਾਲ ਮੇਰੀ ਬਹੁਤ ਲੰਬੀ ਗੱਲ ਹੋਈ ਔਰ ਉਹੀ ਫੋਟੋ ਇੰਡੀਅਨ ਐਕਸਪ੍ਰੈਸ ਦੇ ਫਰੰਟ ਪੇਜ ਤੇ ਲੱਗੀ 7 ਜੂਨ 1984 ਨੂੰ, ਜਿਸ ਦਿਨ ਸੰਤ ਭਿੰਡਰਾਂਵਾਲਿਆਂ ਨੂੰ ਡਿਕਲੇਅਰ ਕੀਤਾ ਗਿਆ ਕਿ ਉਹਨਾਂ ਦੀ ਡੈਥ ਹੋ ਚੁੱਕੀ ਹੈ। ਉਹ ਫੋਟੋ ਮੇਰੀ ਤੇ ਸੰਤਾਂ ਦੀ ਫਾਈਲ ਪਿਕਚਰ ਔਰ ਉਹਦੇ ਤੇ ਕੈਪਸ਼ਨ ਲਾਇਆ ਜਾਂਦਾ ਕਿ ਭਿੰਡਰਾਂਵਾਲੇ ਇੱਕ ਆਪਣੇ ਯਕੀਨੀ ਕੌਨਫੀਡੈਂਟ ਬੰਦੇ ਦੇ ਨਾਲ ਖੜੇ ਨੇ, ਮਨਜੀਤ ਸਿੰਘ ਸਨ ਆਫ ਲੇਟ ਜਥੇਦਾਰ ਸੰਤੋਖ ਸਿੰਘ, ਔਰ ਬੈਕਗਰਾਊਂਡ ਦੇ ਵਿੱਚ ਗਨ ਪੋਜੀਸ਼ਨਸ ਬਣੀਆਂ ਨੇ। ਉਸ ਫੋਟੋ ਨੇ ਮੇਰੀ ਰੌ ਤੋਂ ਲੈ ਕੇ ਸਾਰੇ ਡਿਪਾਰਟਮੈਂਟਾਂ 'ਚ ਫਾਈਲ ਖੋਲ੍ਹੀ। ਮੇਰੇ ਉੱਤੇ NSA ਵੀ ਲੱਗਾ, ਮੇਰੇ ਉੱਤੇ 85 ਦਾ ਟ੍ਰਾਂਜ਼ਿਸਟਰ ਬੰਬ ਕਾਂਡ 'ਚ ਵੀ ਮੈਨੂੰ ਚੁੱਕ ਕੇ ਘਰੋਂ ਲਗਾਇਆ ਗਿਆ। ਬੜਾ ਕੁਝ ਹੋਇਆ, ਪਾਸਪੋਰਟ ਇੰਪਾਊਂਡ ਕੀਤਾ ਗਿਆ। ਲੇਕਿਨ ਇੱਕ ਪਾਸੇ ਪਿਤਾ ਸਿਰ ਦੇ ਉੱਤੋਂ ਹਟ ਗਿਆ ਸੀਗਾ, ਇੱਕ ਪਾਸੇ ਪਰਿਵਾਰ ਦੀ ਜ਼ਿੰਮੇਵਾਰੀਆਂ ਸੀ, ਦੂਜੇ ਪਾਸੇ ਸਿਆਸੀ ਮੈਦਾਨ ਇੰਨਾ ਗਰਮ ਹੋ ਗਿਆ ਜਿਹੜਾ ਮੈਂ ਸਮਝਦਾ ਉਸ ਉਮਰ ਦੇ ਵਿੱਚ ਸੰਭਾਲਣਾ ਬੜਾ ਔਖਾ ਸੀਗਾ। ਪਰ ਗੁਰੂ ਦੀ ਕਿਰਪਾ ਕਰਕੇ ਜਾਂ ਜਥੇਦਾਰ ਜੀ ਦੇ ਨਾਲ ਰਹਿ ਕੇ ਜੋ ਕੁਝ ਮੈਂ ਦੇਖਿਆ ਸੀ ਔਰ ਉਹਨਾਂ ਨੂੰ ਜੂਝਦੇ ਦੇਖਿਆ ਸੀ ਆਪਣੇ ਜੀਵਨ ਦੇ ਵਿੱਚ, ਉਹ ਕਿਤੇ ਨਾ ਕਿਤੇ ਮੈਨੂੰ ਤਾਕਤ ਦਿੰਦਾ ਸੀਗਾ ਔਰ ਇਹੋ ਜਿਹੇ ਹਾਲਾਤਾਂ 'ਚ ਘਬਰਾਏ ਨਹੀਂ। 1985 'ਚ ਮੈਂ ਇਹ ਮੁਲਕ ਛੋੜ ਕੇ ਜਾਣਾ ਚਾਹੁੰਦਾ ਸੀ। ਅਮਰੀਕਾ ਮੇਰਾ ਛੋਟਾ ਭਰਾ ਸੈਟਲ ਹੋਇਆ, ਮੈਂ ਉਸ ਨੂੰ ਜੁਆਇਨ ਕਰਨਾ ਸੀ, ਲੇਕਿਨ ਮੇਰਾ ਪਾਸਪੋਰਟ ਇੰਪਾਊਂਡ ਹੁੰਦਾ। 91 ਤੱਕ ਮੁਕੱਦਮੇ ਚੱਲਦੇ ਨੇ, ਕੇਸ ਸਾਰੇ ਖਤਮ ਹੁੰਦੇ ਨੇ, ਝੂਠੇ ਮੁਕੱਦਮੇ ਸੀ ਸਾਰੇ ਕੈਂਸਲ ਹੁੰਦੇ ਨੇ, ਅਖੀਰ ਜੇਤੂ ਹੋ ਕੇ ਨਿਕਲਦਾ ਵਾਂ।
1995 ਚ ਪਹਿਲੀ ਦਫਾ ਜਥੇਦਾਰ ਜੀ ਦੇ ਵੇਲੇ 79 ਚ ਇਲੈਕਸ਼ਨ ਹੋਈ ਸੀ। 16 ਸਾਲ ਬਾਅਦ ਦਿੱਲੀ ਗੁਰਦੁਆਰਾ ਕਮੇਟੀ ਦੀ ਚੋਣ ਹੁੰਦੀ ਹੈ। 1995 ਚ ਮੈਨੂੰ ਖੜਾ ਕਰਨ ਵਾਸਤੇ ਗ੍ਰੇਟਰ ਕੈਲਾਸ਼ ਇਲਾਕੇ ਦੀ ਸੰਗਤ, ਜਥੇਦਾਰ ਜੀ ਦੇ ਪੁਰਾਣੇ ਦੋਸਤ, ਪੋਲੀਟੀਕਲ ਸਾਥੀ ਬਹੁਤ ਪ੍ਰੈਸ਼ਰ ਕਰਦੇ ਨੇ। ਮੇਰੇ ਮਾਤਾ ਨਹੀਂ ਮੰਨਦੇ ਸੀ, ਲੇਕਿਨ ਅਲਟੀਮੇਟਲੀ ਮੈਂ ਖੜਾ ਹੋਇਆ। 5 ਕੈਂਡੀਡੇਟ ਸੀਗੇ। ਗੁਰੂ ਦੀ ਬਖਸ਼ਿਸ਼ ਨਾਲ ਮੈਨੂੰ 95% ਵੋਟਾਂ ਮਿਲੀਆਂ ਔਰ ਇਸੇ ਤਰੀਕੇ ਨਾਲ ਮੈਂ 5 ਇਲੈਕਸ਼ਨਾਂ ਲੜ ਚੁੱਕਾ। ਪਹਿਲੀ 95 ਚ ਲੜੀ ਸੀ, ਦੂਸਰੀ ਇਲੈਕਸ਼ਨ 2002 ਦੇ ਵਿੱਚ, ਤੀਸਰੀ ਇਲੈਕਸ਼ਨ 2007 ਦੇ ਵਿੱਚ, ਚੌਥੀ ਇਲੈਕਸ਼ਨ 2013 ਦੇ ਵਿੱਚ ਔਰ ਪੰਜਵੀਂ ਇਲੈਕਸ਼ਨ ਹੁਣ ਪਿਛਲੇ ਸਾਲ 2017 ਦੇ ਵਿੱਚ। ਮੈਂ ਸਮਝਦਾ ਵਾਂ ਕਿ ਗੁਰੂ ਨੇ ਬਖਸ਼ਿਸ਼ ਕੀਤੀ। ਮੇਰੇ ਇਲਾਕੇ ਦੇ ਮੇਰੇ ਸਹਿਯੋਗੀ, ਮੇਰਾ ਪਰਿਵਾਰ ਹੈ ਇਹ ਕੌਂਸਟੀਚੁਐਂਸੀ। ਮੇਰੇ ਪਿਤਾ ਦੀ ਵੀ ਇਹੋ ਕਰਮ ਭੂਮੀ ਸੀ ਪੋਲੀਟੀਕਲ, ਮੇਰੀ ਵੀ ਇੱਕ ਕਰਮ ਭੂਮੀ ਹੈ ਔਰ ਇਹ ਗ੍ਰੇਟਰ ਕੈਲਾਸ਼ ਹਲਕੇ ਨੇ ਹਮੇਸ਼ਾ ਮੈਨੂੰ ਪਿਆਰ ਦਿੱਤਾ ਹੈ। ਔਰ ਮੈਂ ਇਹ ਵੀ ਕਹਿ ਸਕਦਾ ਵਾਂ ਕਿ ਗੁਰੂ ਨੇ ਬਖਸ਼ਿਸ਼ ਕਰਕੇ ਮੇਰੇ ਤੋਂ ਸੇਵਾ ਲਈ ਹੈ। ਅੱਜ ਸਾਰੀ ਜਗ੍ਹਾ ਜੀਕੇ ਦੇ ਨਾਮ ਤੋਂ ਮੈਨੂੰ ਮਸ਼ਹੂਰ ਕੀਤਾ ਗਿਆ ਔਰ ਜੀਕੇ ਮੈਂ ਨਹੀਂ ਲਗਾਇਆ ਸੀ। ਇਹ ਪਹਿਲੀ ਦਫਾ 1995 ਚ ਦਰਸ਼ਨ ਸਿੰਘ ਹਰਵਿੰਦਰ ਪੰਜਾਬੀ ਟ੍ਰਿਬਿਊਨ ਦੇ ਐਡੀਟਰ ਸੀ, ਉਹਨਾਂ ਨੇ ਮੇਰੇ ਨਾਂ ਦੇ ਨਾਲ ਜਥੇਦਾਰ ਲਾਇਆ। ਮੈਂ ਕਹਿੰਦਾ ਨਹੀਂ, ਤੁਸੀਂ ਕੱਲਾ ਮਨਜੀਤ ਲਿਖਿਆ ਕਰੋ। ਲੇਕਿਨ 4 ਮਨਜੀਤ ਜਿੱਤ ਕੇ ਆਏ। ਮਨਜੀਤ ਸਿੰਘ ਗੋਬਿੰਦਪੁਰੀ, ਮਨਜੀਤ ਸਿੰਘ ਇੱਕ ਮਾਲ ਟਾਊਨ ਤੋਂ ਸੀ, ਇੱਕ ਮਨਜੀਤ ਸਿੰਘ ਰੋਹਿਣੀ ਸੀ ਤੇ ਮੈਂ ਮਨਜੀਤ ਸਿੰਘ ਗ੍ਰੇਟਰ ਕੈਲਾਸ਼ ਤੋਂ ਸੀਗਾ ਤੇ ਮੇਰੇ ਨਾਂ ਨਾਲ ਉਹਨਾਂ ਨੇ ਜੀਕੇ ਲਗਾ ਦਿੱਤਾ। ਉਸ ਦਿਨ ਤੋਂ ਬਾਅਦ ਅੱਜ ਤੱਕ ਜੀਕੇ ਲੱਗਦਾ ਹੈ। ਸਹੀ ਮਾਇਨਿਆਂ 'ਚ ਮੈਂ ਇਸ ਨੂੰ ਗੁਰੂ ਕਿਰਪਾ ਸਮਝਦਾ ਕਿ ਗੁਰੂ ਦੀ ਕਿਰਪਾ ਮੇਰੇ ਤੋਂ ਹੋਈ ਹੈ। ਗੁਰੂ ਦੀ ਕਿਰਪਾ ਮੇਰੇ ਪਿਤਾ ਤੇ ਹੋਈ ਸੀਗੀ, ਉਹਨਾਂ ਕੋਲੋਂ ਗੁਰੂ ਨੇ ਸੇਵਾ ਲਈ ਹੈ ਔਰ ਇਸੇ ਤਰੀਕੇ ਨਾਲ ਗੁਰੂ ਨੇ ਕਿਰਪਾ ਰੱਖੀ ਹੈ ਕਿ ਐਡਾ ਵੱਡਾ ਪਰਿਵਾਰ 'ਚ ਹਾਦਸਾ ਹੋਣ ਤੋਂ ਬਾਅਦ ਮੇਰੇ ਸਿਰ ਤੇ ਆਸ਼ੀਰਵਾਦ ਰੱਖਿਆ ਕਿ ਮੈਨੂੰ ਵੀ ਉਸੇ ਥਾਂ ਤੇ ਬਿਠਾਇਆ ਲਿਆ ਕੇ 32 ਸਾਲ ਬਾਅਦ 81 ਤੋਂ ਬਾਅਦ 2013 'ਚ, ਜਿੱਥੋਂ ਮੇਰੇ ਪਿਤਾ ਇਹ ਸਫ਼ਰ ਛੱਡ ਕੇ ਗਏ ਸੀਗੇ। ਔਰ ਮੈਂ ਸਮਝਦਾ ਵਾਂ ਮੈਂ ਉਹਨਾਂ ਵਾਕਨ ਕੰਮ ਤੇ ਨਹੀਂ ਕਰ ਸਕਦਾ, ਲੇਕਿਨ ਬੜੇ ਕੰਮ ਜਿਹੜੇ ਉਹਨਾਂ ਦੇ ਅਧੂਰੇ ਰਹਿ ਗਏ ਸੀ। ਜਿਹੜਾ 1964 ਵਿੱਚ ਜਥੇਦਾਰ ਸੰਤੋਖ ਸਿੰਘ ਜੀ ਨੇ ਪੰਜਾਬੀ ਨੂੰ ਸੈਕੰਡ ਲੈਂਗੁਏਜ ਸਟੇਟਸ ਦਿਵਾਉਣ ਦਾ ਲੜਾਈ ਸ਼ੁਰੂ ਕੀਤੀ ਸੀ। 2003 ਦੇ ਵਿੱਚ ਇੰਟਰਨੈਸ਼ਨਲ ਕਾਉਂਸਲ ਆਫ ਪੰਜਾਬੀਜ਼, ਜਿਹਦੇ ਮੈਂ ਬੜੇ ਪ੍ਰੋਗਰਾਮ ਕੀਤੇ, ਜਿਹਦੇ ਵਿੱਚ ਪ੍ਰਧਾਨ ਮੰਤਰੀ ਕੇ ਗੁਜਰਾਲ ਸਾਹਿਬ, ਸ਼ੀਲਾ ਦੀਕਸ਼ਿਤ ਜੀ ਇੱਕੋ ਸਟੇਜ ਤੇ ਬੈਠਦੇ ਰਹੇ, ਡਾਕਟਰ ਜਸਪਾਲ ਸਿੰਘ, SS ਕੋਹਲੀ ਸਾਹਿਬ, ਮੈਂ ਸਮਝਦਾ ਬਲਬੀਰ ਕੋਹਲੀ ਹੋਰੀ, ਅਸੀਂ ਇੱਕ ਬਹੁਤ ਲੰਬੀ ਲੜਾਈ ਲੜੀ। ਸਰ ਪੁਸ਼ਪਿੰਦਰ ਸਿੰਘ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ, ਉਸਨੇ ਪੰਜਾਬੀ ਸੈਕੰਡ ਲੈਂਗੁਏਜ ਦੀ ਲੜਾਈ 'ਚ ਸਾਡੇ 'ਚ ਨਹੀਂ ਹੈ, ਲੇਕਿਨ ਬਹੁਤ ਅੱਛਾ ਅਹਿਮ ਰੋਲ ਪਲੇ ਕੀਤਾ ਔਰ ਅਸੀਂ 2003 ਦੇ ਵਿੱਚ ਕਾਮਯਾਬ ਹੋਏ ਹਾਂ। ਕਿਤੇ ਸ਼ਤਾਬਦੀ ਆਉਂਦੀ ਹੈ 300 ਸਾਲਾ ਖਾਲਸੇ ਦੀ ਜਨਮ ਸ਼ਤਾਬਦੀ, ਮੈਂ ਰੰਗਰੇਟਾ ਮਾਰਚ ਦਿੱਲੀ ਤੋਂ ਅਨੰਦਪੁਰ ਸਾਹਿਬ ਲੈ ਕੇ ਜਾਣਾ ਵਾਂ ਔਰ ਉਸੇ ਰਸਤੇ ਤੋਂ 10 ਦਿਨਾਂ 'ਚ ਪੈਦਲ ਪਹੁੰਚਦਾ ਜਿੱਥੋਂ ਭਾਈ ਜੈਤਾ ਲੈ ਕੇ ਗਏ ਸਨ। ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਜਿਹੜੀਆਂ ਕਮਿਊਨਿਟੀ ਸਾਡੇ ਤੋਂ ਵਿਛੜ ਗਈਆਂ ਨੇ ਜਾਂ ਅਸੀਂ ਦੂਰ ਕਰ ਦਿੱਤੀਆਂ ਨੇ, ਅੱਜ ਵੀ ਉਸੇ ਕੋਸ਼ਿਸ਼ 'ਚ ਉਹਨਾਂ ਕਮਿਊਨਿਟੀਜ਼ ਨੂੰ ਵਾਪਸ ਲੈ ਕੇ ਆਈਏ। ਗੁਰੂ ਨਾਨਕ ਦਾ ਫਲਸਫਾ ਸੀ। ਕਿਤੇ ਅਸੀਂ ਰੰਗਰੇਟੇ ਦੂਰ ਕਰਤੇ, ਲਬਾਣੇ ਦੂਰ ਕਰਤੇ, ਸਿੱਕਲੀ ਘਰ ਦੂਰ ਕਰ ਦਿੱਤੇ, ਕਿਤੇ ਅਸੀਂ ਬੰਜਾਰੇ ਦੂਰ ਕਰ ਦਿੱਤੇ। ਮੈਂ ਸਮਝਦਾ ਇਹ ਸਿੰਧੀ ਜਿਹੜੇ ਦੂਰ ਕਰ ਦਿੱਤੇ, ਇਹਨਾਂ ਸਾਰਿਆਂ ਨੂੰ ਗਲਵਕ ਵਿੱਚ ਲੈਣ ਦੀ ਲੋੜ ਹੈ। ਅਸੀਂ ਗ੍ਰੀਨ এনवायरमेंट ਪ੍ਰੋਜੈਕਟ ਵੀ ਸ਼ੁਰੂ ਕਰਦੇ ਹਾਂ। ਜੇ ਕਿਤੇ ਚਿੱਟੀ ਸਿੰਘਪੁਰਾ 'ਚ ਗੋਲੀ ਚੱਲਦੀ ਹੈ, ਜਿਸ ਦਿਨ ਕਲਿੰਟਨ ਇੱਥੇ ਲੈਂਡ ਕਰਦੇ ਨੇ, 35 ਸਿੰਘ ਸ਼ਹੀਦ ਹੁੰਦੇ ਨੇ, ਦਿੱਲੀ ਕਮੇਟੀ ਵੱਲੋਂ ਮੈਨੂੰ ਭੇਜਿਆ ਜਾਂਦਾ ਹੈ। ਉੱਥੇ ਜਾ ਕੇ ਉਹਨਾਂ ਦੇ ਜਦੋਂ ਅਸਥੀਆਂ ਚੁੱਕਣ ਨੂੰ ਉਹ ਤਿਆਰ ਨਹੀਂ ਸਨ, ਕਿਸ ਤਰੀਕੇ ਦਾ ਮਾਹੌਲ ਸੀ, ਮੈਨੂੰ ਅੱਜ ਵੀ ਦੇਖ ਕੇ ਖੌਫ ਆਉਂਦਾ ਹੈ। ਉਦੋਂ ਆਪ ਚੈੱਕ ਬੁੱਕ ਲਿਜਾ ਕੇ ਦਿੱਲੀ ਕਮੇਟੀ ਵੱਲੋਂ ਉਹਨਾਂ ਨੂੰ ਚੈੱਕ ਕੱਟੇ ਜਾਂਦੇ ਨੇ। ਇਸੇ ਤਰੀਕੇ ਨਾਲ ਜੇ ਐਰੀਜ਼ੋਨਾ ਦੇ ਵਿੱਚ ਦ ਵਰਲਡ ਟ੍ਰੇਡ ਸੈਂਟਰ ਦੇ ਡਿੱਗਣ ਤੋਂ ਬਾਅਦ ਪਹਿਲਾ ਸਿੱਖ ਜਿਹੜਾ ਮਿਸਟੇਕਨ ਆਇਡੈਂਟੀਟੀ ਕਰਕੇ ਐਰੀਜ਼ੋਨਾ 'ਚ ਸੋਢੀ ਸਾਹਿਬ ਨੂੰ ਮਾਰਿਆ ਗਿਆ, ਰਮਸਫੀਲਡ, ਡੇਵਿਡ ਰਮਸਫੀਲਡ ਇੱਥੇ ਆਂਦਾ, ਅਸੀਂ ਮੁਜ਼ਾਹਰਾ ਕਰਦੇ ਹਾਂ, ਉਸ ਨੂੰ ਦੱਸਦੇ ਹਾਂ ਸਾਡੀ ਆਇਡੈਂਟੀਟੀ ਕੀ ਹੈ। ਕਿਤੇ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਵਿੱਚੋਂ ਰਾਠੌਰ ਸਾਹਿਬ ਨੂੰ ਕੱਢਿਆ ਜਾਂਦਾ ਕਿ ਤੂੰ ਦਸਤਾਰ ਉਤਾਰ ਕੇ ਆ, ਉਹ ਮੁਕੱਦਮੇ ਦੀ ਵੀ ਅਸੀਂ ਲੜਾਈ ਲੜਦੇ ਹਾਂ, ਉਸ ਨੂੰ ਵੀ ਵਾਪਸ ਰੀਇਨਸਟੇਟ ਕਰਦੇ ਹਾਂ। ਮੈਂ ਸਮਝਦਾ ਇੱਕ ਫਲਸਫਾ, ਇੱਕ ਸਫ਼ਰ ਚੱਲ ਪੈਂਦਾ ਹੈ ਔਰ ਉਹ ਸਫ਼ਰ ਤੁਹਾਡੇ ਸਾਹਮਣੇ ਹੈ ਕਿ ਕਦੀ ਕੌਮ ਨੂੰ ਪਿੱਠ ਨਹੀਂ ਵਿਖਾਈ। 1984 ਦਾ ਇੱਕ ਦੁਖਾਂਤ ਬਹੁਤ ਵੱਡਾ ਮੈਂ ਸਮਝਦਾ ਕਿ ਸਿੱਖ ਕੌਮ ਨਾਲ ਵਰਤਿਆ, ਭਾਵੇਂ ਆਪਰੇਸ਼ਨ ਬਲੂ ਸਟਾਰ ਹੋਵੇ ਔਰ ਜਿਵੇਂ ਮੈਂ ਦੱਸਿਆ ਕਿ ਸਨ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ
मेरी फोटो उस दिन आनी जिस दिन एक्शन खत्म होंदा, 7 जून 1984 की इंडियन एक्सप्रैस च आनी। उसने किहो जे केस मेरे ते उस उम्र च पा दिते जो मैं 23, 24, 25 साल की उम्र सीगा। पिता की डेथ हो चुकी थी। लेकिन जिहड़ी दिल्ली दे विच नवंबर 1984 च जो भाना वरत्या, उसकी लड़ाई एक लंबी लड़ाई लड़ी मैं। भावें मैं दिल्ली सिख गुरुद्वारा प्रबंधक कमेटी सी या उस तो पिछे चले जावा, मैं 10 साल पिछे चले जावा, 15 साल पिछे चले जावा, 20 साल पिछे चले जावा, एक लंबी लड़ाई लड़ी। और गुरु की मेहर कि जदों 2013 तो बाद दिल्ली गुरुद्वारा प्रबंधक कमेटी आई, उस लड़ाई नूं जिहड़ा पिछों जोर चाहिदा सीगा, जिहड़ी इच्छा शक्ति चाहिदी सी, शायद मेरे तो पहले आलियां दी लड़ाई जरूर लड़ी, लेकिन कसर किते ना किते रह गई सीगी। लेकिन जिस उद्यम, जिस जज्बे दे नाल लड़ाई लड़ी गई, जिद्दां मैं आख्या विडो पेंशनस करनी, साडे जिहड़े गवाह सी उन्हां नूं संभालना, और सब तो वड्डी गल 2014 च मोदी गवर्नमेंट दा आना, एक बहुत वड्डा ब्लैसिंग इन डिस्गाइज होया। मोदी सरकार ने आंदियां जिथे 5-5 लाख रुपया दोबारा इन्हां नूं दित्ता, उत्थे SIT बनाई, जिहड़ी SIT दी मंग असी मोदी गवर्नमेंट कोलों कर रहे सां। वो SIT दा रिजल्ट ये होया कि एक लंबी लड़ाई तो बाद सजाए मौत हुई। 100 तो वध बंदे अंदर कीते गए उन्हां केसां दे विच जिहड़े केस बंद कर दिते गए सी। क्योंकि मैं लंबा नहीं जाना चाहांगा, जे सज्जन कुमार की गिरफ्तारी की गल कर लवां या मैं टाइटलर की गल कर लवां, जगदीश टाइटलर की जिहड़ी मैं CD जिहदे विच सैकड़े सिखां नूं मारन की गल करदा, वो मैं जनतक कीती, उहदी मैं शिकायत कोर्ट च कीती। जगदीश टाइटलर वालों मेरे ते FIR कराई गई कि मैं कोई झूठी बना के दिती, जबकि मन्नू कोई जिहड़ा बंदा दे के गया सी, वो सारे सबूत मैं कोर्ट दे विच पेश करते। उसनूं जे क्लीन चिट CBI ने दिती, 2 बारी कांग्रेस राज, एक बारी मोदी साहब के राज दे विच, ते असी कोई लिहाज नहीं रखिया मोदी साहब की सरकार का भी। असी CBI के दफ्तर के बाहर जाके जो धरने प्रदर्शन किए, जिस तरीके के प्रोटेस्ट किए, गवर्नमेंट नूं साडे नाल बैठना पै गया, और अल्टीमेटली CBI ने कोर्ट दे विचों वो क्लीन चिट वापस लई। और जिहड़ा नवा केस मैं तुहानूं कहा, उहदी इंक्वायरी चलती पई है, उसका भी रिजल्ट जरूर आएगा और जगदीश टाइटलर अंदर जाएगा। सज्जन कुमार की गल कर लईए, सज्जन कुमार नूं जदों कड़कड़डूमा की कोर्ट मोदी सरकार आने तो पहले 2013 और 14 के शुरुआत या 13 के अखीर दे विच जिहड़ी डॉक्टर मनमोहन सिंह और सोनिया गांधी की सरकार है, उस वेले जजमेंट आती कड़कड़डूमा कोर्ट की कि सज्जन कुमार दोषी नहीं है, लेकिन बलवान खोखर ते बाकी लोग दोषी ने। सज्जन कुमार ते भी वही केस, वही FIR, उन्होंने छड्ड दिता गया, बाकियां नूं दोषी करार दे दिता गया। वो जिहड़े 4-5 दिन सीगे, एक दिन असी डॉक्टर मनमोहन सिंह के घर नूं घेरदे हैं, एक दिन असी पार्लीमेंट ते मुजाहरा करते हैं, एक दिन असी सोनिया गांधी के घर के उत्ते चढ़ जाते हैं, दीवारां टप्पण की पोजीशन आ जाती है और बड़ा बुरा लाठी चार्ज और गैस चलती है। एक दिन असी मैट्रो रोक लैंदे हैं, लेकिन फाइनल जिस दिन पार्लीमेंट सीगा, कदी किसी ने जिथों राजपथ के उत्तों दी विजय चौंक तो जिथे बीटिंग रिट्रीट होंदी है, वो कदी किसी ने नहीं घेरिया होएगा। जिस दिन वो घेर लैंदे, प्राइम मिनिस्टर नहीं अंदर जा सकता, मिनिस्टर नहीं अंदर जा सकते। ਉਹਦੇ 'ਚ ਤੁਸੀਂ ਅਖਬਾਰਾਂ 'ਚ ਦੇਖਿਆ ਹੋਏਗਾ कि शरद पवार ਨੂੰ मैं लैके जा रहा वा पार्लीमेंट ਦੇ ਵਿੱਚ ਗੱਡੀ 'ਚੋਂ ਉਤਾਰ के। मैं समझदा कि सुशील कुमार शिंदे उस दिन होम मिनिस्टर मीटिंग लैंदा साडे नाल, और पुलिस कमिश्नर तो लैके सारी सरकार लम्मी पै जाती है कि किसी तरीके पार्लीमेंट के अगों उठो। 2 घंटे हो जाते सानू पार्लीमेंट घेरे, असी आखते हैं कि गोली चलाओ, साडियां लाशां चुको, असी नहीं उठांगे। जे सज्जन कुमार दोषी नहीं है, इन्नी हनेरगर्दी नहीं असी होण देंगे। मैं समझदा मेरी टीम ने कमिटेड लड़ाई लड़ी, और उहदा ये रिजल्ट आया कि अज जदों मोदी सरकार आई, SIT बनी। हाँ, अगर उस वेले असी ना लड़दे ना, तो सज्जन कुमार भी निकल गया सीगा, मैं भी कह दिंदा, मैं की करा जी, कोर्ट ने छड्ड दिता। लेकिन जदों असी सड़कां ते लड़ाई लड़ी, निरप्रीत कौर, जगशेर सिंह और जगदीश कौर ये भुख हड़ताल ते बैठ गए सीगे, और असी सड़कां ते लड़ रहे सी रोज़,
गवर्नमेंट कांग्रेस दी नूं मजबूर होया। सानू शिंदे ने शामी 4 बजे प्रेस कॉन्फ्रेंस करके कहा कि ये प्रोटेस्ट बंद कर दीजिए, हम कड़कड़ डूमा की कोर्ट के फैसले के अगेंस्ट सज्जन कुमार के खिलाफ हाई कोर्ट में मूव कर रहे हैं। उससे केस करके ही अज सज्जन कुमार अंदर गया, नहीं तो सज्जन कुमार भी छुट गया सीगा। ये मैं तुहानू एक बड़ी छोटी जी टाइम दे विच एग्जाम्पल दिता कि किस तरीके नाल असीं 84 दी लड़ाइयां लड़ियां ने। मैं समझदा वां कि यादगार बनानी इंपॉसिबल काम सीगा, विडो पेंशनां देनियां, ये सारे काम कीते गए। गुरु की बख्शिश रही कि जदों कमिटमेंट होवे, जदों जज्बा होवे, गुरु की कृपा होवे, संगत का आशीर्वाद होवे, ये 35 साल तो जिहड़ा सुपना असीं देख रहे सीगे वो साकार हुंदा चले गया। और क्यों साकार हुंदा चले गया? असीं मोदी सरकार कोलों, जेटली साहब कोलों, सुषमा स्वराज कोलों या अज अमित शाह जी कोलों असीं कदी कोई कोटा परमट लाइसेंस या अपने लिए कोई प्लॉट नहीं मंगे, कौम के मसले लैके गए हैं। किते किसी भरा नाल कोई दिक्कत हो जाए, दिल्ली दे विच एक बच्चे नूं एक मोटरसाइकिल नूं जवान नूं इसलिए मार दिता गया कि उसदे मूँह ते पहले धुआं मारिया जाता सिगरट का, फिर उसनूं कार नाल रौंदिया जाता, उसनूं एक्सीडेंट शो किया जाता है। लेकिन तुहाडे आशीर्वाद दे नाल असीं ये सारियां लड़ाइयां जितदे हां। ये जिहड़ा सफ़र दिल्ली सिख गुरुद्वारा प्रबंधक कमेटी का होया, भावें मैं ओपोजिशन च रहा वां, भावें मैं रूलिंग पार्टी च रहा वां, और अखीर 2006-7 के आस पास मैं अकाली दल छड्डिया, जिहड़ा जथेदार की डेथ तो बाद 1982 मैं ज्वाइन किया सी। मैं अपनी पार्टी बनाई श्रोमणी अकाली दल पंथक जथेदार संतोख सिंह। दिल्ली की संगत ने मैनू बहुत प्यार दिता। मेरे को 46 सीटां ते खड़े करने वास्ते कैंडीडेट भी नहीं सी, लेकिन फिर भी मैनू 6 सीटां जिताइयां और 25% वोट मैनू मिली। 2008 ਦੇ ਵਿੱਚ ਸਰ ਸੁਖਬੀਰ ਸਿੰਘ ਬਾਦਲ ਜਦੋਂ ਪ੍ਰਧਾਨ ਬਣੇ ਅਕਾਲੀ ਦਲ ਦੇ, ਉਹ ਮੇਰੇ ਘਰ ਆਉਂਦੇ ਨੇ ਔਰ ਮੈਨੂੰ ਆਖਦੇ ਨੇ ਕਿ ਤੂੰ ਅਕਾਲੀ ਦਲ ਦੀ ਕਮਾਂਡ ਸੰਭਾਲ ਔਰ ਤੂੰ ਇਸ ਨੂੰ ਅੱਗੇ ਚਲਾ ਔਰ ਅਸੀਂ ਤੇਰੇ ਨਾਲ ਖੜੇ ਹਾਂ। ਉੱਥੋਂ ਇੱਕ ਐਸਾ ਸਫ਼ਰ ਸ਼ੁਰੂ ਹੁੰਦਾ ਹੈ ਕਿ ਜਿਹੜਾ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਗੋਲਡਨ ਪੀਰੀਅਡ ਰਿਹਾ ਹੈ, ਲੇਕਿਨ ਉਸ ਦੇ ਵਿੱਚ ਗੈਪ ਆ ਗਿਆ ਸੀਗਾ क्योंकि असी 10-12 साल दिल्ली गुरुद्वारा कमेटी हारते चले गए। पर मैं समझदा वां कि उस पीरियड तो बाद कि 20 सालों कदी असी MLA नहीं जिता सके, असी 3 MLA जिते। मैनू याद है 2012 च मैनू इनवाइट किया गया एज ए स्पैशल इनवाइटी, परमजीत सिंह सरना जी प्रधान सीगे, शंटी जी गुरमीत सिंह जनरल सैकटरी सीगे। मैं मीटिंग अटेंड करन जाना वा, 90 बंदे मैनू किरपाना मारते ने, मैनू कतल करने की कोशिश की जाती है। पर मैनू उदन लगा कि गुरु किते ना किते मेरे नाल है और मेरे नाल जी के लगता है ना, तो गुरु की कृपा सी कि उस दिन मैनू सारे मनसूबे फेल करते हुए गुरु मैनू बचा के लै गया। लहू लुहान हो गया, सट्टां लगियां, सिर च टांके लगे, लेकिन बचा होया। इस तरीके नाल जे अमेरिका जाने आ, जे कैनेडा जाने आ, किते न्यूयॉर्क मेरे ते हमला हो रहा, किते यूबा सिटी च मेरे ते जानलेवा हमला किया जाता है ISI के उत्ते कहण दे उत्ते, लेकिन अपनी गल रखते हैं, अपने हिंदुस्तान के कॉन्स्टिट्यूशन दे विच रह के लड़ाई की गल करते हैं। इस मुल्क दे विच बैठ के सज्जन टाइटलर अर्गे मगर मच्छां दे नाल अपना युद्ध करन दी गल करते हैं, लड़ाई लड़न की गल करते हैं और किते ना किते कामयाब होंदे हैं। ना कदी इहो जिहे लोकां तो डरे कि जिन्हां ने सानू डराउण की कोशिश की होवे, मेरे ते हमले करन की गल की होवे। मेरा पिता का कतल किया, मेरे ते 4 बारी कतल के हमले हो चुके हैं, लेकिन गुरु की बख्शिश रही है। जे मैं 1985 के ट्रांजिस्टर बॉम्ब कांड की गल कर लवां कि किस तरीके नाल इन्हां दे केस च असीं मदद की, अज सारे बच्चे रिहा होए ने। मैं समझदा वां कि जदों डेडिकेशन दे नाल, जदों तुसीं एक ऐसी सोच नाल जिहड़ा पंथ प्रति प्यार की सोच होवे, समर्पण की सोच होवे और एक्सट्रीम हालातां दे विच सरकारां नाल जूझण की गल होवे, जदों इहो जिहा जज्बा लैके चलदे हो, कामयाबी तुहानूं मिलदी है। जे मैं पुरानी गल करां, संत जरनैल सिंह खालसा मैनूं फोन करते हैं, निरंकारी मर्डर केस जिहड़े लोग इनवॉल्व ने, किते उन्हां दी जमानतां दी गल हुंदी है। मैं समझदा वां कि
बड़े एक्सट्रीम हालात असी देखे, लेकिन अखीर गुरु ने बख्शिश की 2013 च दिल्ली गुरुद्वारा कमेटी की सेवा दी। जे मैं गुरुद्वारा साहब की डिवेलपमेंट की गल करा, मैं समझदा कि बंगला साहब जिस वक्त असी चार्ज लिया, अगों जिहड़ी रस्ते तो पैदल तुर के जाते सी पार्क की साइड ते, उत्तों नाली चलती सीगी, और आड़ा दुआड़ा जे पिछला पासा देखा जाए अशोका रोड ते किड्डा गंद नज़र आंदा सीगा। जिस तरीके नाल ऑल ओवर डिवेलपमेंट बंगला साहब की हुई है, मैनूं कुछ कहण की लोड़ नहीं, अज तुहाडे सामने है। जे उहदे विच छत विच मीनाकारी का काम होया होवे, मेरे तो पहले सोने का काम अद्धा होया सी, उसनूं कंप्लीट करना होवे, एयर कंडीशनिंग करनी होवे, जिहड़ा सरोवर वाला पासा नज़र नहीं आंदा सी, उस पासों बरांडे तोड़ के जिस तरीके नाल पौड़ियां सरोवर लाईयां गईयां, बंगला साहब का व्यू खुलिया, फ्रंट का दरवाज़ा होवे, उहदी सेवा जिथे बाबा हरबंस सिंह जी और बाबा बचन सिंह जी होरी करते सीगे, उत्थे बाबा हरनाम सिंह जी खालसा पिंडरा वालियां नूं भी दित्ती गई। उन्होंने उहदा वड्डा मेन दरवाज़ा लगाया, उहदा जिहड़ा बाहरों एंट्री सीगी उसनूं ठीक कीता, पिछला गेट बनाया गया, अगों दी ब्यूटिफिकेशन सारी की गई। पार्किंग के उत्ते पार्क जिथे आके चरसीए या उत्थे एंटी सोशल एलीमेंट बैठदा सी, वो बैन करके पार्क की डिवेलपमेंट्स होईयां। मैं समझदा बहुत वड्डे काम कीते। बंगला साहब दे सरोवर साहब की कार सेवा की गल कर लईए, उहदे विच प्योरीफिकेशन का जिहड़ा प्लांट लगाया गया, ਉਹਦੀ ਗੱਲ कर ਲਈਏ। बंगला साहब और पूरे गुरुद्वारा साहबान दे विच असी जिथे एनवायरनमेंट का ध्यान रखने वास्ते सोलर सिस्टम लगाए गए स्कूलों और गुरुद्वारा साहबान दे विच, वो अपने आप दे विच मूहों बोलते हैं। और दुनिया भर दे विच भावें कोई अफसर होवे इंडिया च, भावें कोई बाहरले मुल्क का राष्ट्रपति या प्रधानमंत्री होवे, जे वो दरबार साहब ना जा सकता होवे तो बंगला साहब वो जरूर आता है। इस तो इलावा रकाबगंज साहब की जे मैं डिवेलपमेंट करा कि प्रिंटिंग प्रैस नवीं लगानी होवे, उहदी बिल्डिंग की उसारी करनी होवे, या जिहड़ा इंटरनेशनल सेंटर फॉर सिख स्टडीज़ बनता पिया जिथे साडा पुराना दफ्तर हुंदा सीगा, उहदी जे मैं गल कर लवां, वो एक ऐसी चीज़ बनन वास्ते जा रही है जिहदे विच अमरीका तो सार संत सिंह छतवाल ने बहुत वड्डी कॉन्ट्रीब्यूशन उहदे च कीती। अज वो बन के तैयार हो रहा है। इसे तरीके नाल ही जे मैं गल कर लवां मोती बाग साहब की कि जिथे थल्लों की पार्किंग एक्सटेंड की गई, पहले 50 गड्डी दी सी, अज 100 गड्डी की पार्किंग हुई, जिथे लंगर हॉल बनया, जिथे उत्थे विआह शादियां का हॉल बनया, जिथे उत्थे कमरे बनाए गए को 35 के करीब, और कई डिवेलपमेंट उस गुरुद्वारा साहब दे विच होईयां। इसे तरीके नाल नानक प्यो साहब बहुत वड्डा प्रोजेक्ट असीं शुरू किया, जिहड़ा 550 साल दे उत्ते उसनूं कंप्लीट होना सीगा। बाबा बचन सिंह होरां ने और उन्हां दी टीम ने, बाबा सुरिंदर जी और बाकी सारिਆਂ ने बहुत मेहनत करके उस प्रोजेक्ट नूं भी पूरा किया है। सीसगंज साहब दे अंदर दी सेवा होवे, मैं समझदा वां वो भी अपने आप दे विच संगतां दे सहयोग नाल बाहर बरांडियां दी होवे, और थल्ले जिहड़ा उन्हां दा इन्फॉर्मेशन सेंटर है। इस तरीके नाल जिथे फॉरनर्स आते ने गुरुद्वारा बंगला साहब, उसकी बहुत बुरी हालत सी, लेकिन अज जाके देखो कि इंटरनेशनल स्टैंडर्ड के उत्ते उसकी डिवेलपमेंट की गई है। दमदमा साहब जाके कभी देखो, जो गुरुद्वारा साहब डिवेलप होया, उहदे थल्ले बाबा बचन सिंह होरां ने जिहड़ा हॉल बनाया, मैं समझदा वां शायद ऐसी जगह के उत्ते जो स्थान है डिवेलप होया, ये अपने आप च मिसाल है। उत्थे रहायशी कमरे बनाने होण, मैं समझदा संगतां दी सहूलत का हर किस्म नाल ध्यान रखा गया। सीसगंज साहब का जिस तरीके नाल प्याऊ टुटिया तुहाडे सामने सीगा, वो लड़ाई किवें लड़ी गई, भावें वो दिल्ली सरकार नाल लड़ाई हुई है, भावें दिल्ली पुलिस नाल लड़ाई हुई है। हाई कोर्ट के डबल बेंच के अगे जाके ये आख देना कि असी सानू गुरुद्वारे जाण तो कोई नहीं रोक सकता, किन्ने दिन राती उत्थे धरना दे के बैठना पिया। लेकिन मैं समझदा जो कमिटमेंट होवे, ये सारे काम पूरे हुंदे ने। बाला साहब गुरुद्वारे दे विच तरलोचन वीर जी जिन्होंने आखते सन, उन्होंने तो बाद उन्होंने बच्चों ने संगत के सहयोग के नाल लंगर हॉल बनाना, ऊपर कमरे बनाने, या बाबा बचन सिंह होरां ने उत्थे नवे कमरे नवे वॉशरूम बनाने। रकाबगंज साहब वॉशरूम्स का की हाल सीगा वो सारे जानते सीगे। अज उत्थे जाके देखा जाए बंगला साहब के अंदर वॉशरूम जिहड़े, क्योंकि गुरुद्वारियां दे विच
ਵਾਸ਼ਰੂਮ ਵੱਲ ਕੋਈ ਧਿਆਨ ਨਹੀਂ ਦਿੰਦਾ ਸੀਗਾ। ਅਸੀਂ ਕੋਸ਼ਿਸ਼ ਕੀਤੀ ਕਿ ਹਰ ਤਰੀਕੇ ਨਾਲ ਭਾਵੇਂ ਸਰਾਵਾਂ ਦੇ ਕਮਰੇ ਹੋਣ ਜਾਂ ਇਹ ਵਾਸ਼ਰੂਮਸ ਹੋਣ ਜਿਹੜੇ ਪਬਲਿਕ ਫੈਸਿਲਿਟੀਜ਼ ਪਬਲਿਕ ਕਨਵੀਨੀਅੰਸਿਸ ਵਾਸਤੇ, ਇਹਨਾਂ ਦਾ ਧਿਆਨ ਰੱਖਿਆ ਜਾਵੇ। ਇਸੇ ਤਰੀਕੇ ਬਾਲਾ ਸਾਹਿਬ ਦੇ ਪੁਰਾਣੇ ਹਸਪੀਟਲ ਦੇ ਵਿੱਚ ਕੈਂਸਰ ਦਾ ਯੂਨਿਟ ਬਣਾਉਣਾ ਹੋਵੇ ਜਾਂ ਡਾਇਲਿਸਿਸ ਦੀ ਗੱਲ ਕਰਨੀ ਹੋਵੇ ਜਾਂ ਉੱਥੋਂ ਦੇ ਮੈਂ ਕਹਿੰਦਾ ਵਾਂ ਕਿ ਆਪਰੇਸ਼ਨ ਥੀਏਟਰ ਦੀ ਰੈਨੋਵੇਸ਼ਨ ਦੀ ਗੱਲ ਕੀਤੀ ਹੋਵੇ ਜਾਂ ਉੱਥੋਂ ਦੇ ਰਿਕਵਰੀ ਰੂਮਸ ਦੇ ਵਿੱਚ ਅਸੀਂ ਗੱਲ ਕਰ ਲਈਏ, ਇੱਕ ਬਹੁਤ ਵੱਡੀ ਸੇਵਾ ਗੁਰੂ ਨੇ ਆਪ ਸਾਡੇ ਕੋਲੋਂ ਲਈ। ਕੌਮ ਦੇ ਬੜੇ ਮਸਲੇ ਨੇ ਜਿਨ੍ਹਾਂ ਦੇ ਉੱਤੇ ਅਸੀਂ ਲੜਾਈ ਸ਼ੁਰੂ ਕੀਤੀ। ਉਹਦੇ ਵਿੱਚ ਭਾਵੇਂ ਗਿਆਨ ਗੋਦਰੀ ਸਾਹਿਬ ਦਾ ਇਸ਼ੂ ਹੋਵੇ, ਭਾਵੇਂ ਡਾਂਗਮਾਰ ਸਾਹਿਬ ਦਾ ਸਿੱਕਮ ਦਾ ਇਸ਼ੂ ਹੋਵੇ, ਭਾਵੇਂ ਮੈਂ ਸਮਝਦਾ ਕਿ ਹੈਦਰਾਬਾਦ ਦੇ ਵਿੱਚ ਜਿਸ ਵਕਤ ਇੱਕ ਨਿਸ਼ਾਨ ਸਾਹਿਬ ਨੂੰ ਅਗਨ ਭੇਟ ਕਰਨ ਦੀ ਗੱਲ ਹੋਈ ਸੀਗੀ, ਬਹੁਤ ਵੱਡਾ ਮਸਲਾ ਉੱਥੇ ਬਣਿਆ ਸੀਗਾ, ਉਸ ਜਗ੍ਹਾ ਵੀ ਪਹੁੰਚੇ ਹਾਂ ਅਸੀਂ। ਇਸੇ ਤਰੀਕੇ ਨਾਲ ਸ਼ਿਲੌਂਗ ਦੇ ਵਿੱਚ ਜਦੋਂ ਪੰਜਾਬੀ ਬਸਤੀ ਨੂੰ ਉਜਾੜਨ ਦੀ ਗੱਲ ਕੀਤੀ ਗਈ, ਰਾਤੋਂ ਰਾਤ ਕਰਫਿਊ ਲੱਗੇ ਦੇ ਵਿੱਚ ਅਸੀਂ ਪਹੁੰਚਦੇ ਹਾਂ। ਸਹਾਰਨਪੁਰ ਜਿੱਥੇ ਗੁਰਦੁਆਰਾ ਔਰ ਮਸਜਿਦ ਦਾ ਮਸਲਾ ਹੋਇਆ, ਗੋਲੀਆਂ ਚੱਲਦੇ ਦੇ ਵਿੱਚ ਅਸੀਂ ਉਸ ਜਗ੍ਹਾ ਪਹੁੰਚਦੇ ਹਾਂ। ਅੱਜ ਉਹ ਮਸਲਾ ਹੱਲ ਹੋਇਆ। ਸ਼ਿਲੌਂਗ ਦੀ ਬਸਤੀ ਹਲੇ ਤੱਕ ਉਜਾੜੀ ਨਹੀਂ ਗਈ, ਜਿਹੜੀ ਉਸ ਵੇਲੇ ਕੁਝ ਘੰਟਿਆਂ ਦੇ ਵਿੱਚ ਉੱਥੇ ਰॉयट्स ਹੋ ਗਏ ਸੀ, ਦੰਗੇ ਹੋ ਗਏ ਸੀ, ਉਜਾੜਨ ਦੀ ਗੱਲ ਕੀਤੀ ਜਾ ਰਹੀ ਸੀਗੀ। ਮੈਂ ਸਮਝਦਾ ਬੜੇ ਇਸ਼ੂਜ਼ ਨੇ ਜਿਨ੍ਹਾਂ ਤੇ ਅਸੀਂ ਲੜੇ ਹਾਂ। ਇਸੇ ਤਰੀਕੇ ਨਾਲ ਬਾਹਰਲੇ ਮੁਲਕਾਂ ਦੇ ਜਿਹੜੇ ਕਈ ਇਸ਼ੂਜ਼ ਨੇ ਜਿਨ੍ਹਾਂ ਨੂੰ ਅਸੀਂ, ਭਾਵੇਂ ਭੁੱਲਰ ਸਾਹਿਬ ਦੀ ਫਾਂਸੀ ਹੋਵੇ, ਇਹ ਦੇਖੋ ਅਸੀਂ ਕਿਸ ਤਰੀਕੇ ਨਾਲ ਮਾਫ ਕਰਾਈਏ। ਭਾਵੇਂ ਲਲਿਤ ਮਾਖਨ ਮਰਡਰ ਕੇਸ ਦੇ ਵਿੱਚ ਕੁੱਕੀ ਗਿੱਲ ਸੀਗੇ, ਉਹਨਾਂ ਦੀ ਰਿਹਾਈ ਕਿੱਦਾਂ ਹੁੰਦੀ ਹੈ, ਜੇਲ੍ਹਾਂ 'ਚ ਬੈਠੇ ਸਿੰਘਾਂ ਦੀ ਅਸੀਂ ਕਿਵੇਂ ਮਦਦ ਕਰਦੇ ਹਾਂ, ਕਿਵੇਂ ਪੈਰੋਲ ਦਿਵਾਉਂਦੇ ਹਾਂ। ਹਵਾਰਾ ਸਾਹਿਬ ਹੋਣ, ਭਾਵੇਂ ਲਾਹੌਰੀਆ ਸਾਹਿਬ ਹੋਣ, ਜੇ ਜੇਲ੍ਹ 'ਚ ਤੰਗ ਕੀਤੇ ਜਾਂਦੇ ਨੇ, ਉਹਨਾਂ ਦੇ ਮੁਕੱਦਮੇ ਅਸੀਂ ਕਿੱਦਾਂ ਲੜਦੇ ਹਾਂ। ਕਿਸੇ ਇਸ਼ੂ ਦੇ ਉੱਤੇ ਅਸੀਂ ਪਿੱਠ ਨਹੀਂ ਵਿਖਾਈ। ਜੇ ਬਾਹਰ ਦੇ ਮੁਲਕ ਦੀ ਗੱਲ ਕਰ ਲਈਏ, ਜੇ ਅਸੀਂ ਇਟਲੀ ਜਾਂਦੇ ਹਾਂ, ਉੱਥੇ ਰੋਮ ਏਅਰਪੋਰਟ ਦੇ ਉੱਤੇ ਮੇਰੇ ਨਾਲ ਸਰ ਰਾਣਾ ਸੀਗੇ, ਮੇਰੇ ਨਾਲ ਗੁਰਵਿੰਦਰ ਸਿੰਘ ਸੀ, ਚੀਮਾ ਸਾਹਿਬ ਇਸ ਦੁਨੀਆ 'ਚ ਨਹੀਂ ਰਹੇ, ਸਰ ਪੁਨੀਤ ਸਿੰਘ ਝੰਡੋਕ ਸੀ। ਸਾਨੂੰ ਰੋਕਿਆ ਜਾਂਦਾ ਕਿ ਪੱਗਾਂ ਲਾਏ ਬਗੈਰ ਨਹੀਂ ਜਾਣ ਦੇਣਾ। ਅਸੀਂ ਫਲਾਈਟ ਮਿਸ ਕਰਦੇ ਹਾਂ, 24 ਘੰਟੇ ਏਅਰਪੋਰਟ ਤੇ ਧਰਨਾ ਦਿੰਦੇ ਹਾਂ। ਦੁਨੀਆ ਭਰ 'ਚੋਂ ਲੋਕੀ ਉੱਥੇ ਪਹੁੰਚਣੇ ਸ਼ੁਰੂ ਹੋ ਜਾਂਦੇ। ਅਗਲੇ ਦਿਨ ਇਟਾਲੀਅਨ ਗਵਰਨਮੈਂਟ ਦਾ ਰਿਪਰੈਜ਼ੈਂਟੇਟਿਵ ਮਾਫੀ ਮੰਗਦਾ। ਅਗਲੇ ਦਿਨ ਸਾਡੇ ਕੋਲੋਂ ਏਅਰਪੋਰਟ ਰੋਮ ਦਾ ਚੀਫ ਸਿਕਿਉਰਿਟੀ ਆਫਿਸਰ ਮਾਫੀ ਮੰਗਦਾ। ਜਿਵੇਂ ਪ੍ਰਧਾਨ ਮੰਤਰੀ ਨੂੰ ਪਲੇਨ 'ਚ ਲੈ ਕੇ ਜਾਂਦੇ ਨੇ, ਬਗੈਰ ਚੈਕਿੰਗ ਤੋਂ ਛੱਡ ਕੇ ਆਉਂਦੇ ਨੇ। ਅਸੀਂ ਹਰ ਜਗ੍ਹਾ ਕੋਸ਼ਿਸ਼ ਕੀਤੀ ਕਿ ਇਸ ਦਸਤਾਰ ਦੀ, ਇਸ ਪੱਗ ਦੀ ਲਾਜ ਰੱਖੀ ਜਾਵੇ। ਭਾਵੇਂ ਜਥੇਦਾਰ ਜੀ ਵਕਤ ਉਹ ਮੁਕੱਦਮੇ ਲੜੇ ਗਏ, ਸਰਕਾਰਾਂ ਤੋਂ ਕੇਸ ਜਿੱਤੇ ਗਏ, ਭਾਵੇਂ ਉਹਨਾਂ ਤੋਂ ਬਾਅਦ ਯੂਥ ਅਕਾਲੀ ਦਲ ਦੇ ਵਕਤ ਮੈਂ ਇਹ ਲੜਾਈ ਲੜੀ ਹੋਵੇ। ਮੈਂ ਸਮਝਦਾ ਵਾਂ ਕਿ ਇੱਕ ਲੰਬਾ ਜਹਾਦ ਹੈ ਇਹਨਾਂ ਪੰਥਕ ਇਸ਼ੂਜ਼ ਦਾ, ਜਿਨ੍ਹਾਂ ਦੇ ਉੱਤੇ ਅਸੀਂ ਪਹਿਰਾ ਦਿੱਤਾ ਹੈ। ਅਫਗਾਨੀ ਸਿੱਖਾਂ ਦੇ ਇਸ਼ੂ 'ਤੇ ਮੈਂ ਗੱਲ ਕਰ ਲਵਾਂ ਕਿ ਪਿਛਲੇ 25 ਸਾਲਾਂ ਤੋਂ ਅਫਗਾਨਿਸਤਾਨ ਤੋਂ ਆਏ ਸਿੱਖ ਇੰਡੀਆ ਦੇ ਵਿੱਚ ਜਿਹੜੇ 25 ਤੋਂ 30 ਹਜ਼ਾਰ ਸੀ, ਉਹਨਾਂ ਦੇ ਇਸ਼ੂ ਸੀਗੇ ਪਾਸਪੋਰਟ ਦੇ, ਉਹਨਾਂ ਦੇ ਇਸ਼ੂ ਸੀਗੇ ਆਧਾਰ ਕਾਰਡ ਦੇ, ਉਹਨਾਂ ਦੇ ਇਸ਼ੂ ਸੀਗੇ ਸਿਟੀਜ਼ਨਸ਼ਿਪ ਦੇ। ਕਿਸੇ ਮੁਲਕ ਚਲੇ ਜਾਓ, ਜੇ ਉੱਥੇ ਕੋਈ ਬੱਚਾ ਜੰਮ ਜਾਵੇ, ਉਸ ਨੂੰ ਉੱਥੋਂ ਦੀ ਸਿਟੀਜ਼ਨਸ਼ਿਪ ਮਿਲਦੀ ਸੀ। ਪਰ ਅਫਗਾਨਿਸਤਾਨ ਦੇ ਅਗਰ ਇੱਥੇ ਲੋਕੀ 20 ਸਾਲ ਤੋਂ ਰਹਿ ਰਹੇ ਨੇ, ਅਗਰ ਬੱਚਾ ਵੀ ਜੰਮ ਪਿਆ ਤਾਂ ਉਹਦੀ ਸਿਟੀਜ਼ਨਸ਼ਿਪ ਨਹੀਂ ਮਿਲਦੀ ਸੀਗੀ। ਮੈਂ ਸਮਝਦਾ ਵਾਂ ਕਿ ਉਹ ਇਸ਼ੂ ਬਹੁਤ ਡੈਡੀਕੇਟਡਲੀ ਲੜਿਆ ਔਰ ਅਸੀਂ ਕਾਮਯਾਬ ਹੋਏ। ਭਾਵੇਂ ਸੁਸ਼ਮਾ ਸਵਰਾਜ ਹੋਣ, ਭਾਵੇਂ ਰਾਜਨਾਥ ਜੀ ਹੋਣ, ਭਾਵੇਂ ਮੋਦੀ ਸਰਕਾਰ ਹੋਵੇ, ਉਹਨਾਂ ਦੀ ਸਿਟੀਜ਼ਨਸ਼ਿਪ ਦਾ ਬਿੱਲ ਪਾਸ ਕਰਾਉਣ ਤੇ ਅੱਜ ਜਿਹੜਾ CAA ਦਾ ਸਾਰਾ ਝਗੜਾ ਚੱਲਦਾ ਪਿਆ, ਇਹ ਸ਼ੁਰੂ ਅਫਗਾਨਿਸਤਾਨ, ਬੰਗਲਾਦੇਸ਼ ਔਰ ਪਾਕਿਸਤਾਨ ਦੇ ਸਿੱਖਾਂ ਕਰਕੇ। ਇਹ ਲੜਾਈ ਵੀ ਅਸੀਂ ਸ਼ੁਰੂ ਕੀਤੀ ਸੀਗੀ। ਮੇਰੇ ਤੋਂ ਪਹਿਲੇ ਵੀ ਲੜਦੇ ਰਹੇ, ਕਾਮਯਾਬ ਨਹੀਂ ਹੋ ਸਕੇ, ਕਾਂਗਰਸ ਵੇਲੇ ਨਹੀਂ ਹੋ ਸਕੇ, ਲੇਕਿਨ ਮੋਦੀ ਗਵਰਨਮੈਂਟ ਤੋਂ ਅਸੀਂ ਇਸ ਨੂੰ ਕਰਾਉਣ ਦੇ ਵਿੱਚ ਕਾਮਯਾਬ ਹੋਏ ਹਾਂ, ਜਿਹਦੇ ਵਿੱਚ ਮੈਂ ਸਮਝਦਾ ਕਿ ਬਹੁਤ ਵੱਡਾ ਯੋਗਦਾਨ ਇਸ ਗਵਰਨਮੈਂਟ ਦਾ ਹੈ ਕਿ ਇਹਨਾਂ ਨੇ ਐਕਟ ਦੇ ਵਿੱਚ ਤਰਮੀਮ ਕਰਕੇ ਪਾਰਲੀਮੈਂਟ 'ਚੋਂ ਪਾਸ ਕਰਕੇ ਇਸ ਨੂੰ ਕੀਤਾ। ਔਰ ਜਦੋਂ ਅੱਜ ਤੋਂ 2 ਸਾਲ ਪਹਿਲੇ ਉੱਥੋਂ ਦੇ MP ਸਾਹਿਬ ਜਿਹੜੇ ਸੀਗੇ, ਹਮਲਾ ਹੁੰਦਾ ਇੱਕ ਬੱਸ ਦੇ ਵਿੱਚ, 17 ਲੋਕ ਜਾਨ ਗਵਾ ਲੈਂਦੇ ਨੇ। ਔਰ ਹੁਣ ਤੁਸੀਂ ਦੇਖਿਆ ਰੀਸੈਂਟਲੀ ਲਾਕਡਾਊਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਅਫਗਾਨਿਸਤਾਨ ਦੇ ਵਿੱਚ, ਕਾਬੁਲ ਦੇ ਵਿੱਚ ਗੁਰਦੁਆਰੇ 'ਚ 25-26 ਲੋਕਾਂ ਨੂੰ ਮਾਰਿਆ ਜਾਂਦਾ ਹੈ। ਔਰ ਅਸੀਂ ਗਵਰਨਮੈਂਟ ਕੋਲੋਂ ਉੱਥੋਂ ਦੀ ਉਹਨਾਂ ਦੀ ਸਿਕਿਉਰਿਟੀ ਦੀ ਮੰਗ ਕਰਦੇ ਹਾਂ। ਸਰ ਧਿਆਨ ਸਿੰਘ ਜਿਹੜੇ ਇੰਡੀਅਨ ਸਿਟੀਜ਼ਨ ਸੀ, ਮਾਰੇ ਗਏ, ਉਹਨਾਂ ਦੀ ਡੈੱਡ ਬੋਡੀ, 2 ਅਫਗਾਨੀ ਸਿੱਖਾਂ ਦੀ ਡੈੱਡ ਬੋਡੀ ਇੱਥੇ ਆਣੀ। ਗਵਰਨਮੈਂਟ ਨੂੰ ਅੱਜ ਪ੍ਰਿੰਸੀਪਲੀ ਐਗਰੀ ਕਰਾ ਲਿਆ ਕਿ ਜਿਹੜੇ ਅਫਗਾਨੀ ਸਿੱਖ
ਅਫਗਾਨਿਸਤਾਨ ਛੱਡਣਾ ਚਾਹੁੰਦੇ ਹੋਣ, ਇੰਡੀਆ ਦੇ ਵਿੱਚ ਉਹਨਾਂ ਨੂੰ ਸਿਟੀਜ਼ਨਸ਼ਿਪ ਮਿਲੇਗੀ। ਮੈਂ ਸਮਝਦਾ ਵਾਂ ਕਿ ਬਹੁਤ ਵੱਡੀ ਲੜਾਈ ਅਫਗਾਨੀ ਸਿੱਖਾਂ ਵਾਸਤੇ ਲੜੀ ਗਈ, ਉਹਦੇ 'ਚ ਵੀ ਅਸੀਂ ਕਾਮਯਾਬ ਹੋਏ ਹਾਂ। ਜਿਵੇਂ ਮੈਂ ਅੱਗੇ ਆਖਿਆ ਕਿ ਜਦ ਤੱਕ ਤੁਸੀਂ ਇੱਕ ਡੈਡੀਕੇਟਡਲੀ ਸੋਚ ਦੇ ਨਾਲ ਨਾ ਲੜਾਈ ਲੜੋ, ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਅੱਜ ਜਦੋਂ ਇਹ ਵੀਡੀਓ ਰਿਲੀਜ਼ ਹੋਣ ਜਾ ਰਹੀ ਹੈ, ਅੱਜ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਨੇ ਆਪਣਾ ਕਹਿਰ ਮਚਾਇਆ ਹੋਇਆ ਹੈ। ਵੱਡੇ ਵੱਡੇ ਸਰਕਾਰਾਂ, ਉਹ ਭਾਵੇਂ ਜਰਮਨੀ ਦੀਆਂ ਹੋਣ, ਉਹ ਫਰਾਂਸ ਦੀਆਂ ਹੋਣ, ਉਹ ਇਟਲੀ ਦੀਆਂ ਹੋਣ, ਉਹ ਸਪੇਨ ਦੀਆਂ ਹੋਣ, ਜਾਂ ਟਰੰਪ ਸਾਹਿਬ ਹੋਣ, US ਪ੍ਰੈਜ਼ੀਡੈਂਟ ਗੋਡੇ ਟੇਕ ਚੁੱਕੇ ਨੇ। ਮੈਂ ਸਮਝਦਾ ਹਿੰਦੁਸਤਾਨ ਦੀ ਗਵਰਨਮੈਂਟ ਨੇ ਬਹੁਤ ਕੰਟਰੋਲ ਕੀਤਾ। ਅਰਦਾਸ ਕਰੀਏ ਕਿ ਇਸ ਬਿਮਾਰੀ ਤੋਂ ਦੁਨੀਆ ਦੀ ਜਾਨ ਛੁੱਟੇ। ਕਹਿਰ ਬਣ ਕੇ ਟੁੱਟੀ ਹੈ, ਲੇਕਿਨ ਇਸ ਕਹਿਰ ਦੇ ਵਿੱਚ ਮੈਂ ਤਾਰੀਫ ਕਰਾਂਗਾ ਗੁਰਦੁਆਰਾ ਕਮੇਟੀਆਂ ਦੀ, ਸਿੰਘ ਸਭਾਵਾਂ ਦੀ, ਸੇਵਕ ਜਥਿਆਂ ਦੀ, ਇੰਡੀਵਿਜੂਅਲੀ ਸਿੱਖਾਂ ਦੀ। ਦੇਖੋ ਇੱਥੇ ਬੜੇ ਬੜੇ ਧਰਮ ਸਥਾਨ ਨੇ ਜਿਨ੍ਹਾਂ ਕੋਲ ਕਈ ਟਨ ਸੋਨਾ ਪਿਆ। ਗਵਰਨਮੈਂਟ ਕੋਲ ਇੰਨਾ ਪੈਸਾ ਨਹੀਂ ਹੋਣਾ ਜਿਨ੍ਹਾਂ ਦੇ ਉਹਨਾਂ ਕੋਲ ਪ੍ਰਾਪਰਟੀ ਔਰ ਬੈਂਕ ਬੈਲੈਂਸ ਪਏ ਨੇ। ਕਿਸੇ ਨੂੰ 2 ਗਰਾਈ ਰੋਟੀ ਨਹੀਂ ਖਵਾ ਸਕੇ, ਕਿਸੇ ਨੂੰ 2 ਫੁਲਕੇ ਨਹੀਂ ਖਵਾ ਸਕੇ। ਇਹ ਗੁਰੂ ਦੀ ਸੰਗਤ ਹੈ ਕਿ ਭਾਵੇਂ ਹਿੰਦੁਸਤਾਨ ਹੋਵੇ ਤੇ ਭਾਵੇਂ ਅਮਰੀਕਾ ਦੀ ਸਰਕਾਰ ਹੋਵੇ, ਉਹ ਆਖੇ ਕਿ ਅੱਜ 25,000 ਬੰਦੇ ਦਾ ਸਾਨੂੰ ਪ੍ਰਸ਼ਾਦਾ ਚਾਹੀਦਾ ਅਮਰੀਕਾ ਵਰਗੇ ਮੁਲਕ 'ਚ, ਇੰਗਲੈਂਡ ਵਾਲੇ ਮੁਲਕ 'ਚ। ਮੈਂ ਸਮਝਦਾ ਗੁਰੂ ਕੀ ਲਾਡਲੀ ਫੌਜ ਇਹ ਗੁਰੂ ਨਾਨਕ ਦਾ ਘਰ ਕਰ ਸਕਦਾ। ਸਾਡੀ ਟ੍ਰੈਡੀਸ਼ਨ ਰਹੀ ਹੈ ਮੈਦਾਨੇ ਜੰਗ ਦੇ ਵਿੱਚ, ਜਦੋਂ ਜੰਗ ਖਤਮ ਹੋ ਜਾਂਦੀ ਸੀ ਸੂਰਜ ਅਸਤ ਵੇਲੇ, ਔਰ ਖਾਲਸਾ ਜਦੋਂ ਲੰਗਰ ਪਕਾਉਂਦਾ ਸੀ, ਆਵਾਜ਼ ਮਾਰਦਾ ਸੀ ਜੇ ਕੋਈ ਗੁਰੂ ਦਾ ਲੰਗਰ ਛਕਣਾ ਚਾਹਵੇ ਉਹ ਆ ਸਕਦਾ। ਤੇ ਜੇ ਦੁਸ਼ਮਣ ਵੀ ਉਸ ਲੰਗਰ ਦੇ ਵਿੱਚ ਆ ਗਿਆ ਤੇ ਖਾਲਸੇ ਨੇ ਪਹਿਲੇ ਉਸ ਦੁਸ਼ਮਣ ਨੂੰ ਲੰਗਰ ਛਕਾਇਆ, ਫਿਰ ਆਪ ਛਕਿਆ। ਇਹ ਗੱਲ ਸਾਡੇ ਨਾਲ ਵੀ ਬੀਤੀ ਹੈ ਕਿ ਜਦੋਂ ਅਫਗਾਨਿਸਤਾਨ ਦੇ ਵਿੱਚ ਹੁਣ ਰੀਸੈਂਟ ਕਿਲਿੰਗ ਹੋਈ ਹੈ ਡਿਊਰਿੰਗ ਕਰੋਨਾ ਵਾਇਰਸ, ਸਿੰਘ ਸਭਾ ਗ੍ਰੇਟਰ ਕੈਲਾਸ਼ ਤੋਂ ਬਹੁਤ ਵੱਡੇ ਲੰਗਰ ਦੀ ਸੇਵਾ ਚੱਲਦੀ ਪਈ ਹੈ। ਇੱਥੇ ਸਾਡੇ ਪ੍ਰਧਾਨ ਸਾਹਿਬ ਭੰਡਾਰੀ ਸਾਹਿਬ ਹੋਣ, ਸਵਰਨ ਸਿੰਘ, ਜਾਂ ਪੂਰੀ ਟੀਮ ਹੋਵੇ, ਬਲਬੀਰ ਕੋਹਲੀ ਜੀ ਹੋਣ, ਉਹਦੇ 'ਚ ਹਰਜੀਤ ਸਿੰਘ ਹੋਣ, GK ਸਾਹਿਬ, ਜਾਂ ਗੁਲਸ਼ਨ ਵੀਰ ਜੀ ਹੋਣ। ਮੈਂ ਸਮਝਦਾ ਵਾਂ ਐਸੇ ਤਰੀਕੇ ਨਾਲ ਸੇਵਾ ਚੱਲ ਰਹੀ ਹੈ। ਲੇਕਿਨ ਜਿਹੜੇ ਮੈਂ ਜ਼ਿਕਰ ਕਰਨਾ ਚਾਹੁੰਦਾ ਕਿ ਉਹ ਇੱਕ ਪਾਸੇ ਅਫਗਾਨਿਸਤਾਨ 'ਚ ਸਿੱਖਾਂ ਦਾ ਕਤਲ ਹੋਵੇ, ਉੱਥੇ ਸਾਡੇ ਕੋਲ ਇੱਕ ਬੰਦਾ ਆਉਂਦਾ ਹੈ ਲੰਗਰ ਦੇ ਵਿੱਚ, ਆਖਦਾ ਜੀ ਕਿ ਮੈਂ ਅਫਗਾਨੀ ਸਿਟੀਜ਼ਨ ਹਾਂ, ਲਾਜਪਤ ਨਗਰ ਦੇ ਵਿੱਚ ਸਾਡਾ ਕੈਂਪ ਲੱਗਾ, ਸਾਨੂੰ ਅਫਗਾਨੀਆਂ ਨੂੰ ਕੋਈ ਪ੍ਰਸ਼ਾਦਾ ਨਹੀਂ ਦੇ ਰਿਹਾ, ਸਾਡਾ 150 ਬੰਦਾ ਹੈ, ਸਾਨੂੰ ਤੁਸੀਂ ਰੋਜ਼ ਉੱਥੇ ਲੰਗਰ ਪ੍ਰੋਵਾਈਡ ਕਰੋ। ਉਹ ਰੋਜ਼ ਲੰਗਰ ਲੈ ਕੇ ਜਾ ਰਹੇ ਨੇ। ਇਹ ਗੁਰੂ ਨਾਨਕ ਦਾ ਘਰ ਹੈ, ਇਹ ਗੁਰੂ ਨਾਨਕ ਦੀ ਸਿੱਖੀ ਹੈ। ਇਹ ਜਿੰਨੀ ਸੇਵਾ ਕਰੋਗੇ ਉਹਨਾਂ ਗੁਰੂ ਤੁਹਾਡੇ ਤੇ ਬਖਸ਼ਿਸ਼ ਕਰੇਗਾ। GTBIT ਦੀ ਜਦੋਂ ਅਸੀਂ ਇਹ ਸਾਰੀਆਂ ਪਰਮਿਸ਼ਨਾਂ ਲੈ ਲਈਆਂ, ਔਰ ਜਿਵੇਂ ਮੈਂ ਤੁਹਾਨੂੰ ਆਖਿਆ ਹੁਣੇ ਕਿ ਸਮ੍ਰਿਤੀ ਇਰਾਨੀ ਕੋਲ ਜਦੋਂ ਅਸੀਂ ਜਾਂਦੇ ਹਾਂ ਉਹ ਹੱਸਦੀ ਹੈ। ਉਹ ਕਹਿੰਦੀ ਇੱਕ ਪਾਸੇ ਤਾਂ ਮੈਂ ਐਫੀਡੇਵਿਟ ਦੇ ਰਹੀ ਹਾਂ ਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦਾ ਮਿਨੋਰਟੀ ਸਟੇਟਸ ਵਾਪਸ ਲੈ ਲਿਆ ਜਾਵੇ, ਤੇ ਤੁਹਾਡੇ ਕਾਲਜਾਂ ਵਾਸਤੇ ਮੈਂ ਕਿਸ ਤਰੀਕੇ ਨਾਲ ਅਲਾਉ ਕਰ ਸਕਦੀ ਹਾਂ। ਉਹਦੇ 'ਚ ਇੱਕ ਕਲੌਜ਼ ਸੀ। ਉਹ ਕਲੌਜ਼ ਇਹ ਹੈ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ, ਜਿਹੜੀ ਯੂਨੀਵਰਸਿਟੀ, ਜਿਹੜਾ ਕਾਲਜ ਗਵਰਨਮੈਂਟ ਦੇ ਪੈਸੇ ਨਾਲ ਬਣਿਆ ਹੋਵੇ ਉਸ ਨੂੰ ਮਿਨੋਰਟੀ ਸਟੇਟਸ ਨਹੀਂ ਮਿਲ ਸਕਦਾ। ਸਾਡੀ ਕਿਸਮਤ ਇਹ ਸੀ ਕਿ ਸਾਡੇ ਜਿਹੜੇ ਇੰਸਟੀਟਿਊਸ਼ਨਸ ਨੇ ਇਹ ਗੁਰੂ ਦੀ ਗੋਲਕ 'ਚੋਂ ਬਣੇ ਸੀਗੇ, ਇਹ ਗੁਰਦੁਆਰੇ ਦੇ ਫੰਡ ਤੋਂ ਬਣੇ ਸੀ। ਸੋ ਸਾਡੇ ਉੱਤੇ ਉਹ ਚੀਜ਼ ਲਾਗੂ ਨਹੀਂ ਹੁੰਦੀ ਸੀ ਔਰ ਉਹ ਚੀਜ਼ ਸਾਡੀ ਫੇਵਰ 'ਚ ਕੰਮ ਕੀਤੀ। ਲੇਕਿਨ ਗਵਰਨਮੈਂਟ ਦਾ ਸਭ ਤੋਂ ਵੱਡਾ ਰੋਲ ਹੈ ਕਿ ਜਿਸ ਨੇ ਇਹ ਡਿਸੀਜਨ ਲਿਆ, ਉਸ ਵੇਲੇ ਹਾਈ ਕੋਰਟ 'ਚ ਸਾਡਾ ਕੇਸ ਚੱਲ ਰਿਹਾ ਸੀ, ਗਵਰਨਮੈਂਟ ਨੇ ਉਹਦੇ ਵਿੱਚ ਜਾ ਕੇ ਐਫੀਡੇਵਿਟ ਦਿੱਤਾ ਔਰ ਸਾਨੂੰ ਮਿਨੋਰਟੀ ਸਟੇਟਸ ਮਿਲਿਆ। ਅੱਜ ਸਾਡੀ ਪਨੀਰੀ, ਹਾਂ ਤੁਸੀਂ ਕਾਲਜ 'ਚ ਐਡਮਿਸ਼ਨ ਲੈ ਸਕਦੇ ਹੋ ਪਰ ਤੁਹਾਡੇ ਨਾਂ ਦੇ ਨਾਲ ਕੌਰ ਸਿੰਘ ਲੱਗਾ ਹੋਣਾ ਚਾਹੀਦਾ। ਅੱਜ ਤੁਸੀਂ ਕਾਲਜ 'ਚ ਐਡਮਿਸ਼ਨ ਲੈ ਸਕਦੇ ਹੋ, ਤੁਹਾਡੇ ਕੇਸ, ਤੁਹਾਡੇ ਰੋਮਾਂ ਦੀ ਬੇਦਬੀ ਨਹੀਂ ਹੋਣੀ ਚਾਹੀਦੀ। ਔਰ ਜੇ 3 ਸਾਲ ਕਾਲਜ ਪੜ੍ਹਦੇ ਹੋ ਔਰ ਮਿਨੋਰਟੀ ਕੋਟੇ 'ਚ ਤੁਹਾਡੀ ਐਡਮਿਸ਼ਨ ਹੋਈ ਹੋਵੇ, ਜੇ ਉਹਦੇ ਵਿੱਚ ਤੁਸੀਂ ਰੋਮਾਂ ਦੀ ਬੇਦਬੀ ਕਰ ਲਈ ਤਾਂ ਵੀ ਤੁਹਾਡੇ ਐਡਮਿਸ਼ਨ ਕੈਂਸਲ ਹੋਣਗੇ। ਇਸੇ ਤਰੀਕੇ ਅਸੀਂ 1984 ਦੇ ਬੱਚਿਆਂ ਵਾਸਤੇ ਸਕੂਲਾਂ ਦੀ ਫੀਸ ਮਾਫ ਕੀਤੀ। ਇਹੀ ਨਹੀਂ, ਅਸੀਂ ਬ੍ਰਦਰ ਸਿਸਟਰ ਕੰਸੈਸ਼ਨ ਦਿੱਤਾ। ਅਸੀਂ ਸਿੰਗਲ ਮਦਰ ਵਾਸਤੇ ਅਸੀਂ ਜਿਹੜੀਆਂ ਨੇ ਫੀ ਕੰਸੈਸ਼ਨਸ ਦਿੱਤੀਆਂ। ਅਸੀਂ ਸਪੋਰਟਸ ਵਾਸਤੇ, ਅਸੀਂ ਜਿਹੜੇ ਬੱਚੇ ਐਕਸਲੈਂਟ ਸੀਗੇ ਉਹਨਾਂ ਵਾਸਤੇ ਫੀ ਕੰਸੈਸ਼ਨ ਦਿੱਤੇ, ਸਿੰਗਲ ਮਦਰ ਵਾਸਤੇ ਦਿੱਤੇ। ਮੈਂ ਸਮਝਦਾ ਵਾਂ ਕਿ ਬੜੀਆਂ ਸਹੂਲਤਾਂ ਦਿੱਤੀਆਂ, ਲੇਕਿਨ ਕਿਤੇ ਨਾ ਕਿਤੇ ਜਿੱਦਾਂ ਮੈਂਬਰਸ ਚੇਅਰਮੈਨ ਲੱਗਦੇ ਨੇ ਸਕੂਲਾਂ ਦੇ ਆ ਕੇ, ਜੋ ਹਾਲ ਪਿਛਲੇ ਵਕਤ 'ਚ ਵੀ ਹੋਇਆ, ਸਾਡੇ ਵਕਤ 'ਚ ਵੀ ਕਿਤੇ ਨਾ ਕਿਤੇ ਇਹੋ ਜਿਹੀਆਂ ਗੜਬੜੀਆਂ ਹੋਈਆਂ ਜਿਸ ਨੂੰ ਅਸੀਂ ਚੈੱਕ ਕਰਨ ਵਾਸਤੇ
फिर वो चीज़ों को प्लग किया गया। असी सेंट्रलाइज फी अकाउंट कर दिता, असी सारी पे सेंट्रलाइज दिंदे सीगे। 6 पे कमीशन का बहुत वड्डा हिस्सा असी अपने समय दे विच दे गए सीगे। कौम दे लई रोज़ नवे कोई ना कोई मसले खड़े हुंदे ने, उन्हां मसलियां दे लई जूझण वास्ते, उन्हां मसलियां दे उत्ते पहरा देण वास्ते, उन्हां मसलियां करके भावें अपनी सहयोगी सरकार भी क्यों ना होवे ਉਹਦੇ खिलाफ भी आवाज़ चुकण वास्ते शक्ति तुसी दिंदे हो। संगत गुरु का रूप है और तुसी शक्ति दिंदे हो। असी ये लड़ाई जारी रखते हैं। कौमां उही जींदियां रहिंदियां ने जिहड़ा अपना इतिहास याद रखण, और इतिहास नूं घर बह के याद नहीं करीदा। अपने गौरवमय इतिहास नूं जद तक अपनी पनीरी तक ना पहुँचाइए, दूजे धर्मां तक ना पहुँचाइए, मैं समझदा किते ना किते असी कौम नाल ਧਰੋਹ करांगे, इतिहास नाल ਧਰੋਹ करांगे। साडा इतिहास असी अपने प्यो नूं याद करांगे ना, दूजा क्यों आके कर लेगा। बाबा बंदा सिंह बहादुर की शताब्दी आई 300 साला शहीदी जिस तरीके नाल मनाई गई, दिल्ली दे विच मंडी हाउस च बुत लगना किड्डियां मुश्किलों तो बाद। कुतुब मीनार इंतजार करता सी बाबा बंदा सिंह बहादुर जिथे 300 साल वरे पहले शहीद होया सी, उहदे जरनैल शहीद होए सी, उहदे पौने 4 साल दे बच्चे का जिगर कढ़ के मूँह च पाया गया सीगा। कुतुब मीनार उड़ीकदा सीगा कि कदों गुरु दे सिख आउणगे, इत्थे गुरु शब्द का गायन करनगे। हज़ारां सिख आए। मोदी साहब इंडोर स्टेडियम दे विच पंजाब गवर्नमेंट दे नाल मिल के जिहड़ा प्रोग्राम किया गया सी 25,000 सिखां दे विच, मैं समझदा वां कि जो बाबा बंदा सिंह बहादुर की शताब्दी मनाई गई वो अपने आप च लाजवाब सी। 350 साला दसम पिता की जिहड़ी शताब्दी 2017 दे विच आई सीगी, भावें ट्रेनां गईयां होण पटना वास्ते, वो दर्शनां वास्ते उस स्थान का जिथे गुरु साहब का आगमन होया सीगा, या इंडिया गेट ते प्रोग्राम किए गए होण और कनॉट प्लेस दे विच गतके खेटे गए होण, किसी नूं पता सी। पर सब तो वड्डी गल, किसी नूं पता सीगा कि दिल्ली सिखां ने फतेह कीती सी। बाबा बघेल सिंह जी, जस्सा सिंह रामगढ़िया, जस्सा सिंह आलूवालिया, तारा सिंह घेबा जी, महा सिंह शुक्र चक्किया जी, ये जरनैलों ने 1783 च दिल्ली फतेह की, लाल किले ते केसरी निशान चलाया। खालसा जी किसी नूं 231-32 साल याद नहीं आया, लेकिन 2014 च पहली दफ़ा लाल किले ते फतेह दिवस मनाया गया। हज़ारों गुरु की लाडलियां फौजां, निहंग सिंह जथेबंदियां और होर धार्मिक ऑर्गेनाइजेशन जिस तरीके का जरनैली मार्च कढ़दियां ने, एक दिन पहले जिस तरीके के कीर्तन समागम होंदे ने, वो दिल्ली शहर दे विच जिथे साडे गलां च टायर पा के साड़ दिते गए सीगे, सानू साडे सामने साडे बहू बेटियां दी इज्जत बेपत कीती गई होवे, वो दिल्ली शहर जिथे गुरु तेग बहादुर जी दे शहादत का हुक्म दिता गया होवे, उस लाल किले चों, उस लाल किले चों बंदा सिंह बहादुर के 740 साथियों की शहादत का हुक्म किया गया होवे, उस लाल किले के उत्ते केसरी निशान चलाए और जिस तरीके नाल प्रोग्राम बनाए। अज अफसोस है कि अज की कमेटी वो प्रोग्राम नहीं मना सकी पिछले 2 सालों तो। मैं समझदा वां कि अपनी कौम नूं जींदे जागदे रखण वास्ते अपना इतिहास लियाना सामने बहुत ज़रूरी है, और असी कोई घौल नहीं कीती, किसी किस्म की कोई कोताही नहीं कीती। किस तरीके नाल ये सारे प्रोग्राम मनाए गए ये संगत के सामने है। अज गुरुद्वारा कमेटी च मैं नहीं हाँ। मैं 2018 नवंबर दसंबर दे विच गुरुद्वारा कमेटी छोड़ के बाहर आ। बड़े इल्ज़ाम लगे मेरे ते, गबन के इल्ज़ाम लगे मेरे ते, चोरियां के इल्ज़ाम लगे, बड़े बड़े केस मेरे ते पाए गए, और ऐसे ऐसे गवाह धक्के नाल झूठे बना के, ऐसे ऐसे कागज़ झूठे बना के केस पाए गए जिहड़े अज भी कोर्टां 'च मैं निभदा पिया वां। नवे केस पाण की तैयारी की जा रही है। हरीनगर स्कूल जिहड़ा 500 करोड़ का, उहदी चिट्ठी नकली आ जाती है, ਉਹਦਾ वास्ते अकाल तख्त साहब बुलाते हैं पुराने चारों प्रधानों नूं, हित साहब नूं, मनु सरना साहब नूं, सरसा जी नूं कालका जाता। उत्थे जाके मैं समझदा वां कि जो उत्थे अकाल तख्त सामने हित साहब ने बयान दिता कि ये चिट्ठी मनु मनजीत ने नहीं दी, मनु सरसा साहब ने दी है। मैं समझदा बड़ियां ऐसियां गल्लां ने जिहड़ियां झूठियां साबित हो रही ने। इन्हां गल्लां तो कहते हैं कि जदों किसी नूं
ਤੁਸੀਂ ਫਿਜ਼ੀਕਲੀ ਨਾ ਖਤਮ ਕਰ ਸਕੋ, ਤੁਸੀਂ ਮੋਰਲੀ ਨਾ ਖਤਮ ਕਰ ਸਕੋ ਤੇ ਇਹੋ ਜਿਹਾ ਇਲਜ਼ਾਮ ਲਾ ਕੇ ਉਸ ਨੂੰ ਗੰਦਿਆ ਕਰ ਦਿੱਤਾ ਜਾਵੇ, ਉਹਨੂੰ ਘਰ ਬਿਠਾ ਦਿੱਤਾ ਜਾਵੇ। ਲੇਕਿਨ ਇਹ ਸਾਰੀ ਸਾਜ਼ਿਸ਼ ਦੇ ਪਿੱਛੇ ਵਜ੍ਹਾ ਕੀ ਸੀ? ਵਜ੍ਹਾ ਇਹ ਸੀ ਕਿ ਬਹਿਬਲ ਕਲਾਂ, ਵਜ੍ਹਾ ਸੀ ਬਰਗਾੜੀ, ਵਜ੍ਹਾ ਸੀ ਉਸ ਦੇ ਖਿਲਾਫ ਆਵਾਜ਼ ਚੁੱਕਣੀ। ਉਸ ਵੇਲੇ ਆਵਾਜ਼ ਚੁੱਕਣੀ ਜਦੋਂ ਪੰਜਾਬ ਦੇ ਵਿੱਚ 2017 ਨੂੰ 4 ਫਰਵਰੀ ਨੂੰ ਵੋਟਾਂ ਸੀ। ਉਸ ਤੋਂ ਪਹਿਲੇ ਪੰਜਾਬ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਅਕਾਲੀ ਦਲ ਦੇ ਵਿੱਚ ਬੈਠ ਕੇ ਮੈਂ ਆਖ ਦਿੱਤਾ ਸੀਗਾ ਕਿ ਨਾ ਡੇਰੇ ਦੀ ਵੋਟਾਂ ਚਾਹੀਦੀਆਂ, ਔਰ ਜਿਹੜੇ ਐਮਐਲਏ ਵੋਟਾਂ ਮੰਗਣ ਜਾ ਰਹੇ ਨੇ ਡੇਰੇ ਤੇ ਅਕਾਲ ਤਖਤ ਸਾਹਿਬ ਤੇ ਮੈਂ ਆਪ ਸ਼ਿਕਾਇਤ ਕਰਾਂਗਾ। ਮਨੂ ਸਾਰ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਤੂੰ ਦਿੱਲੀ ਚਲੇ ਜਾ ਔਰ ਤੂੰ ਕੋਈ ਪ੍ਰੈਸ ਕਾਨਫਰੰਸ ਨਹੀਂ ਕਰੇਗਾ, ਕੋਈ ਬਿਆਨ ਨਹੀਂ ਦੇਗਾ। ਲੇਕਿਨ ਉਸੇ ਸਾਲ 4 ਫਰਵਰੀ ਨੂੰ ਜਿੱਥੇ ਪੰਜਾਬ ਦੀ ਇਲੈਕਸ਼ਨ ਹੁੰਦੀ ਹੈ, ਅਕਾਲੀ ਦਲ ਬੁਰੀ ਤਰ੍ਹਾਂ ਹਾਰਦਾ, ਉਸੇ ਮਹੀਨੇ 2017 ਨੂੰ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਹੁੰਦੀਆਂ ਨੇ, ਜਿਹਦੇ ਵਿੱਚ ਇਹ ਸਾਰੇ ਮੁੱਦੇ ਮੇਰੇ ਆਪੋਜੀਸ਼ਨ ਵਾਲਿਆਂ ਨੇ ਕਰਪਸ਼ਨ ਦੇ ਮੁੱਦੇ ਵੀ ਚੁੱਕੇ, ਬਹਿਬਲ ਕਲਾਂ ਵੀ ਚੁੱਕਿਆ ਔਰ ਉੱਥੇ ਬਰਗਾੜੀ ਵੀ ਚੁੱਕਿਆ, ਉੱਥੇ ਚਿੱਟਾ ਵੀ ਚੁੱਕਿਆ, ਸਾਰਾ ਕੁਝ ਚੁੱਕਿਆ। ਲੇਕਿਨ ਮੈਂ ਸਮਝਦਾ ਦਿੱਲੀ ਦੀ ਸੰਗਤ ਨੇ ਇੱਕ ਬਹੁਤ ਵੱਡਾ ਆਸ਼ੀਰਵਾਦ ਦਿੱਤਾ ਔਰ ਅਗੇਨ ਜਿਵੇਂ 2013 'ਚ ਅਸੀਂ ਜਿੱਤੇ ਸੀ, 2017 'ਚ ਮੈਂ ਕਿਸੇ ਬਾਦਲ ਦੀ ਫੋਟੋ ਨਹੀਂ ਲਾਈ, ਕਿਸੇ ਅਕਾਲੀ ਦਲ ਦਾ ਨਾਂ ਨਹੀਂ ਲਿਆ। ਅੱਜ ਇਹ ਜਿਹੜੇ ਪ੍ਰਧਾਨ ਬਣੇ ਬੈਠੇ ਨੇ, ਸਕੱਤਰ ਬਣੇ ਬੈਠੇ ਨੇ, ਬੜੀਆਂ ਬੜੀਆਂ ਗੱਲਾਂ ਕਰਦੇ ਨੇ, ਬੜੀਆਂ ਬੜੀਆਂ ਪ੍ਰੈਸ ਕਾਨਫਰੰਸਾਂ ਕਰਦਿਆਂ ਨੇ। ਮੈਂ ਸਮਝਦਾ ਕਿ ਇਹ ਸਾਰੇ ਕਿਉਂ ਜਿੱਤੇ ਨੇ, ਕਿਹਦੀ ਵਜ੍ਹਾ ਕਰਕੇ ਜਿੱਤੇ ਨੇ, ਇਹ ਮੈਨੂੰ ਦੱਸਣ ਦੀ ਲੋੜ ਨਹੀਂ, ਸੰਗਤ ਜਾਣਦੀ ਹੈ। ਕਿਤੇ ਨਾ ਕਿਤੇ ਅਕਾਲੀ ਦਲ ਨੂੰ ਖੌਫ ਸੀ ਕਿ ਇਹ ਬੰਦਾ ਜਿਸ ਨੂੰ ਅਸੀਂ ਜੋ ਬੁਲਵਾਉਣਾ ਚਾਹੁੰਦੇ ਆ ਇਹ ਬੋਲਦਾ ਨਹੀਂ, ਜਿਹੜੀ ਲਾਈਨ ਤੇ ਅਸੀਂ ਚਲਾਉਣਾ ਚਾਹੁੰਦੇ ਆ ਇਹ ਚੱਲਦਾ ਨਹੀਂ। ਇਹਨਾਂ ਨੂੰ ਇਹੋ ਜਿਹੇ ਲੋਕ ਨਹੀਂ ਪਸੰਦ ਸੀ, ਇਹਨਾਂ ਨੂੰ ਇਹੋ ਜਿਹੇ ਲੋਕ ਪਸੰਦ ਸੀ ਜਿਹੜੇ ਇਹਨਾਂ ਦੀ ਗੱਲਾਂ ਦੇ ਉੱਤੇ ਮੋਹਰ ਲਾ ਦੇਣ। ਇਹਨਾਂ ਦੇ ਅਕਾਲ ਤਖਤ ਸਾਹਿਬ, ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਕਿ ਅਕਾਲ ਤਖਤ ਸਾਹਿਬ ਦੇ ਜਦੋਂ ਮਾਫੀ ਦਿੱਤੀ ਗਈ ਤੇ ਜਿਹੜੇ ਪਟਨਾ ਸਾਹਿਬ ਦੇ ਗਿਆਨੀ ਇਕਬਾਲ ਸਿੰਘ ਨੇ ਉਹ ਆਖਦੇ ਨੇ ਕਿ ਮਾਫੀਨਾਮਾ ਲਿਖਿਆ ਹੀ ਨਹੀਂ ਡੇਰੇ ਦੇ ਮੁਖੀ ਨੇ, ਉੱਥੇ ਟਾਈਪ ਹੋਇਆ ਅਕਾਲ ਤਖਤ ਦੇ ਕੰਪਿਊਟਰ ਦੇ ਉੱਤੇ। ਮੈਂ ਸਮਝਦਾ ਇਸ ਤੋਂ ਵੱਡੀ ਕੀ ਗੱਲ ਹੈ। ਗਿਆਨੀ ਗੁਰਮੁਖ ਸਿੰਘ ਹੋਰੀ ਜਿਹੜੇ ਤਲਵੰਡੀ ਸਾਬੋਕੇ ਦੇ ਜਥੇਦਾਰ ਸਾਹਿਬ ਸੀ ਤਖਤ ਸਾਹਿਬ ਦੇ, ਉਹ ਆਖਦੇ ਨੇ ਕਿ ਮੈਨੂੰ ਸਰਸਾ ਸਾਹਿਬ ਫੋਨ ਕਰ ਕਰਕੇ ਧਮਕਾਉਂਦੇ ਨੇ ਕਿ ਸਵੇਰੇ ਇਸ ਤੇ ਮਾਫੀਨਾਮੇ ਨੂੰ ਐਕਸੈਪਟ ਕੀਤਾ ਜਾਵੇ, ਜਥੇਦਾਰ ਸਾਹਿਬਾਨ ਦੇ ਨਾਲ ਤੁਸੀਂ ਸਾਈਨ ਕਰੋ। ਮੈਂ ਸਮਝਦਾ ਵਾਂ ਕਿ ਇਸ ਕਿਸਮ ਦੀ ਰਾਜਨੀਤੀ ਜਿਹੜੀ ਸੀ ਉਹ ਮੈਂ ਨਹੀਂ ਕਰ ਸਕਦਾ ਸੀ। ਕਿਤੇ ਨਾ ਕਿਤੇ ਮੇਰੀ ਪਾਰਟੀ ਨੂੰ ਇਹ ਲੱਗਣ ਲੱਗ ਪਿਆ ਕਿ ਮਨਜੀਤ ਸਿੰਘ ਜਿਹੜਾ ਹੈ, ਜਿਸ ਨੂੰ ਇੱਥੇ ਨਾ ਖਤਮ ਕੀਤਾ ਗਿਆ ਤੇ ਸ਼ਾਇਦ ਇਹ ਸਾਨੂੰ ਵੀ ਕਿਤੇ ਨਾ ਕਿਤੇ ਅੱਖਾਂ ਦਿਖਾ ਸਕਦਾ ਹੈ। ਇੱਕ ਸਾਜ਼ਿਸ਼ ਰਚੀ ਗਈ ਔਰ ਸਾਜ਼ਿਸ਼ ਦੇ ਅਧੀਨ ਤੁਸੀਂ ਦੇਖ ਰਹੇ ਹੋ ਪਿਛਲੇ 1.5-2 ਸਾਲ ਤੋਂ ਜੋ ਚੱਲ ਰਿਹਾ। ਮੈਂ ਵੀ ਆਰਾਮ ਨਾਲ ਬੈਠ ਗਿਆ। ਕਦੀ ਕੋਈ ਬੰਦਾ ਕਿਸੇ ਸ਼ਮਸ਼ਾਨ ਦੀ ਚੇਅਰਮੈਨ ਨਹੀਂ ਮਿਲ ਜਾਏ ਨਾ, ਉਹ ਨਹੀਂ ਛੱਡਦਾ। ਮੈਂ ਗੁਰਦੁਆਰਾ ਕਮੇਟੀ ਦੀ ਪ੍ਰਧਾਨਗੀ ਤੋਂ ਰਿਜ਼ਾਈਨ ਕਰਕੇ ਆਇਆ ਕਿ ਮੈਂ ਸਾਰੀ ਚੀਜ਼ਾਂ ਫਾਈਟ ਕਰਾਂਗਾ ਔਰ ਹਰੇਕ ਗੱਲ ਦੀ ਮੈਂ ਜਵਾਬ ਕੋਰਟ ਦੇ ਵਿੱਚ ਦਿੱਤੇ ਨੇ, ਮਾਸਿਸ ਦੇ ਵਿੱਚ ਦਿੱਤੇ ਨੇ, ਪਬਲਿਕ ਦੇ ਵਿੱਚ ਦਿੱਤੇ ਨੇ। ਲੇਕਿਨ ਅਖੀਰ ਜਦੋਂ ਸਿਰੋਂ ਪਾਣੀ ਲੰਘਣ ਲੱਗ ਪਿਆ, ਫੈਸਲਾ ਕੀਤਾ ਕਿ ਮੈਂ ਆਪਣੀ ਪਾਰਟੀ ਬਣਾਵਾਂਗਾ, ਕਿਉਂਕਿ ਹੁਣ ਜਿਹੜਾ ਪੰਜਾਬ ਤੋਂ ਹੁਕਮਨਾਮਾ ਆ ਜਾਂਦਾ ਸੀਗਾ ਉਹ ਮੈਂ ਸੁਣਦਾ ਨਹੀਂ ਸੀਗਾ। ਉਹਦੇ ਕਰਕੇ ਮੈਨੂੰ ਇਹ ਭੋਗਣਾ ਪਿਆ ਤੇ ਦਿੱਲੀ ਦੇ ਸਿੱਖਾਂ ਦਾ, ਪੰਜਾਬੋਂ ਬਾਹਰ ਦੇ ਸਿੱਖਾਂ ਦਾ ਇਸ਼ੂ ਚੁੱਕਣ ਵਾਸਤੇ ਜਿਸ ਤਰੀਕੇ ਨਾਲ ਜਥੇਦਾਰ ਸੰਤੋਖ ਸਿੰਘ ਹੋਰਾਂ ਨੇ ਪੰਜਾਬੋਂ ਬਾਹਰ ਦੇ ਸਿੱਖਾਂ ਨੂੰ ਰਿਪਰੈਜ਼ੈਂਟ ਕੀਤਾ, ਭਾਵੇਂ ਉਹ ਕਲਕੱਤੇ ਬਾਗਮੜੀ ਦਾ ਗੁਰਦੁਆਰਾ 1967 'ਚ ਸੜਿਆ ਹੋਵੇ, ਦਿੱਲੀ ਬਹਿ ਕੇ ਜਿੱਤਦੇ ਨੇ। 1969 ਦੇ ਵਿੱਚ ਦਸਤਾਰ ਤੇ ਪਾਬੰਦੀ ਇੰਗਲੈਂਡ 'ਚ ਲੱਗਦੀ ਹੈ, ਇੰਗਲੈਂਡ ਦੀ ਬ੍ਰਿਟਿਸ਼ ਗਵਰਨਮੈਂਟ ਨੂੰ ਦਿੱਲੀ ਬਹਿ ਕੇ ਮਜਬੂਰ ਕਰ ਦਿੰਦੇ ਨੇ ਪੱਗ ਨੂੰ ਵਾਪਸ ਸਿਰ ਦੇ ਸਿੱਖ ਦੇ ਉੱਤੇ ਸੱਜਣ ਵਾਸਤੇ। ਜੇ 1964 ਮਈ ਦੇ ਵਿੱਚ ਪੌਂਟਾ ਸਾਹਿਬ ਗੋਲੀ ਚੱਲਦੀ ਹੈ, 11 ਸਿੰਘ ਸ਼ਹੀਦ ਹੁੰਦੇ ਨੇ, ਉਹ ਲੜਾਈ ਵੀ ਦਿੱਲੀ ਲੜਦੀ ਹੈ ਔਰ ਪੌਂਟਾ ਸਾਹਿਬ ਦੇ ਜਿਹੜੇ ਦਰਸ਼ਨ ਕਰਦੇ ਹੋ ਇਹ ਉੱਥੋਂ ਦੀ ਸਰਕਾਰ ਨੇ, ਹਿਮਾਚਲ ਦੀ ਨੇ, ਇਹ ਚੁੱਕ ਕੇ ਗੁਰਦੁਆਰਾ ਸਾਹਿਬ ਮਹੰਤਾਂ ਦੇ ਹਵਾਲੇ ਕਰ ਦਿੱਤਾ ਗਿਆ ਸੀ, ਜਿਹੜਾ ਵਾਪਸ ਜਿੱਤਿਆ ਗਿਆ। ਫੈਸਲਾ ਕੀਤਾ ਕਿ ਅਸੀਂ ਆਪਣੇ ਦਮ ਦੇ ਉੱਤੇ, ਆਪਣੀ ਇਸ਼ੂਜ਼ ਦੇ ਉੱਤੇ ਮੈਂ ਇੱਕ ਆਪਣੀ ਪਾਰਟੀ ਜਗ ਆਸਰਾ ਗੁਰੂ ਓਟ, ਜਥੇਦਾਰ ਸੰਤੋਖ ਸਿੰਘ ਜਿਸ ਨੂੰ ਜਾਗੋ ਪਾਰਟੀ ਕਿਹਾ ਜਾਂਦਾ ਹੈ, ਇਸ ਦਾ ਮੈਂ ਅਕਤੂਬਰ ਦੇ ਮਹੀਨੇ ਪਿਛਲੇ ਸਾਲ 2019 'ਚ ਮੈਂ ਇਹਦੀ ਸ਼ੁਰੂਆਤ ਕਰਦਾ। ਔਰ ਜਿਸ ਤਰੀਕੇ ਦਾ ਲੋਕਾਂ ਨੇ ਮੈਨੂੰ ਇਹਦੇ ਵਿੱਚ ਸਹਿਯੋਗ ਦਿੱਤਾ, ਮੈਂ ਸਮਝਦਾ ਵਾਂ ਕਿ ਮੈਂ ਉਹ ਦੇਣ ਨਹੀਂ ਦੇ ਸਕਦਾ। ਦੁਨੀਆ ਭਰ ਦੇ ਇਲਜ਼ਾਮ ਮੇਰੇ 'ਤੇ ਲੱਗ ਜਾਣ, ਦੁਨੀਆ ਭਰ ਦੇ ਕੇਸ ਮੇਰੇ 'ਤੇ ਲੱਗ ਜਾਣ, ਅਖਬਾਰਾਂ ਦੇ ਵਿੱਚ ਪੈਸੇ ਦੇ ਦੇ ਕੇ ਚੈਨਲਾਂ ਦੇ ਉੱਤੇ ਖਬਰਾਂ ਚਲਵਾਈਆਂ ਜਾਣ, ਲੇਕਿਨ ਉਸ ਤੋਂ ਬਾਅਦ ਸੰਗਤ ਨੇ ਜੋ ਪਿਆਰ ਦਿੱਤਾ, ਜਾਂ ਮੈਂ ਉਹ ਪਿਆਰ ਦੇਖਿਆ ਸੀਗਾ
कि ਜਦੋਂ ਮੇਰੇ ਤੇ ਯੂਬਾ ਸਿਟੀ ਆ ਨਿਊਯਾਰਕ 'ਚ ਹਮਲਾ ਹੋਇਆ ਸੀ, ਜਦੋਂ ਮੈਂ ਵਾਪਸ 에ਅਰਪੋਰਟ ਤੇ ਆਨਾ, ਇੱਕ ਹੜ ਸੀ ਸੰਗਤ ਦਾ ਮੈਨੂੰ ਲੈਣ ਆਇਆ। ਸ਼ਾਇਦ ਸੰਗਤ ਅੰਦਰੋਂ ਅੰਦਰ ਜਾਣਦੀ ਹੈ ਕਿ ਕਿਸ ਤਰੀਕੇ ਦੀ ਸਿਆਸਤ ਇਹ ਚੱਲਦੀ ਪਈ ਹੈ। ਗੁਰੂ ਮਹਾਰਾਜ ਬਖਸ਼ਿਸ਼ ਕਰੇਗਾ। ਮੈਂ ਸਮਝਦਾ ਵਾਂ ਕਿ ਹਰ ਕਿਸਮ ਦੀ ਧਮਕੀ, ਸੱਜਣ ਕੁਮਾਰ ਟਾਈਟਲਰ ਦੇ ਨਾਲ ਕਾਂਗਰਸ ਰਾਜ ਦੇ ਵਿੱਚ ਨਾਂ ਲੈਣਾ ਕੋਈ ਸੌਖਾ ਕੰਮ ਸੀ? ਅਸੀਂ ਉਹਨਾਂ ਤੋਂ ਨਹੀਂ ਡਰੇ। ਮੇਰੇ ਉੱਤੇ ਬੰਬ ਕੇਸ ਪੈ ਜਾਣ, 1985 ਦੇ ਵਿੱਚ ਮਨੂ ਘਰੋਂ ਚੁੱਕ ਕੇ ਲੈ ਜਾਣ, ਅਸੀਂ ਉਸ ਤੋਂ ਨਹੀਂ ਡਰੇ। ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾੜੇ ਦੀ ਫੋਟੋ ਕਰਕੇ ਮੇਰਾ ਪਾਸਪੋਰਟ ਇੰਪਾਊਂਡ ਹੋਵੇ, ਮੇਰੇ ਤੇ ਟਾਡਾ ਲਾ ਦਿੱਤਾ ਜਾਵੇ, ਮੈਂ ਉਸ ਤੋਂ ਨਹੀਂ ਡਰਿਆ। ਉਸ ਉਮਰ ਦੇ ਵਿੱਚ ਜਦੋਂ ਮੇਰੀ 22-24 ਸਾਲ ਉਮਰ ਸੀ, ਜਦੋਂ ਮੇਰੇ ਪਿਤਾ ਦਾ ਕਤਲ ਹੋ ਗਿਆ ਸੀਗਾ, ਮੈਂ ਸਮਝਦਾ ਵਾਂ ਗੁਰੂ ਦੀ ਬਖਸ਼ਿਸ਼ ਹੈ। ਹਮੇਸ਼ਾ ਦ੍ਰਿੜਤਾ ਦੇ ਨਾਲ ਅਸੀਂ ਸਿੱਖ ਇਸ਼ੂਜ਼ ਦੇ ਉੱਤੇ ਪਹਿਰਾ ਦਿੱਤਾ ਔਰ ਦਿੰਦੇ ਰਵਾਂਗੇ। ਮੈਂ ਸਮਝਦਾ ਵਾਂ ਕਿ ਇੱਕ ਸ਼ੇਰ ਹੈ ਬਹੁਤ ਵਧੀਆ कि फलक को जिद है, सर मोहम्मद इकबाल दा, फलक को जिद है बिजलियां हमी पे गिराने की, हमें भी जिद है आशियां यहीं बनाने की। मैं समझदा भावें वो सरकारां नाल ਨਾਂ ਲੈਣਾ ਹੋਵੇ, ਭਾਵੇਂ ਅੰਦਰ ਖਾਤੇ ਜਿਹੜੇ ਸਿੱਖ ਕੌਮ ਦੇ ਦੁਸ਼ਮਣ ਬੈਠੇ ਨੇ ਉਹਨਾਂ ਨਾਲ ਨਾਂ ਲੈਣਾ ਹੋਵੇ, ਜਾਂ ਉਹ ਜਿਹੜੀਆਂ ਏਜੰਸੀਆਂ ਔਰ ਤਾਕਤਾਂ ਜਿਹੜੀਆਂ ਸਿੱਖ ਕੌਮ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਉਹਨਾਂ ਦੇ ਨਾਲ ਨਾਂ ਲੈਣਾ ਹੋਵੇ, ਔਰ ਦੂਜੇ ਪਾਸੇ ਗੁਰਦੁਆਰਾ ਸੁਧਾਰ ਕਰਨੇ ਹੋਣ, ਗੁਰਦੁਆਰਾ ਸਾਹਿਬ ਦਾ ਨਿਜ਼ਾਮ ਸੁਧਾਰ ਕਰਨਾ ਹੋਵੇ, ਐਜੂਕੇਸ਼ਨ ਦੇ ਉੱਤੇ ਆਪਣੇ ਸਿੱਖ ਪਨੀਰ ਨੂੰ IAS IPS ਵਾਸਤੇ ਕਿੱਦਾਂ ਤਿਆਰ ਕੀਤਾ ਜਾਵੇ, ਉਸ ਪਾਸੇ ਨੂੰ ਚੱਲਣਾ ਹੋਵੇ। ਇਹ ਲੜਾਈ ਇੱਕ ਪੱਖੀ ਨਹੀਂ ਹੈ, ਬਹੁਤ ਪੱਖੀ ਲੜਾਈ ਹੈ, ਜਿਸ ਲੜਾਈ ਨੂੰ ਤੁਹਾਡੇ ਆਸ਼ੀਰਵਾਦ ਦੇ ਨਾਲ ਲੜਾਂਗੇ। ਤਦ ਤੱਕ ਜੂਝਾਂਗੇ ਜਦ ਤੱਕ ਸੰਗਤ ਚਾਹੇਗੀ, ਤਦ ਤੱਕ ਲੜਾਂਗੇ ਜਦ ਤੱਕ ਤੁਹਾਡਾ ਆਸ਼ੀਰਵਾਦ ਸਿਰ ਤੇ ਰਹੇਗਾ। ਨਾ ਕਦੀ ਕੋਈ ਵੱਡੇ ਲੀਡਰ, ਵੱਡੀਆਂ ਸਰਕਾਰਾਂ ਸਾਡੀ ਸੋਚ ਨੂੰ ਨਹੀਂ ਬਦਲ ਸਕਣਗੀਆਂ। ਸੋਚ ਹਮੇਸ਼ਾ ਪੰਥ ਲਈ ਹੋਵੇਗੀ। ਮੈਨੂੰ ਯਾਦ ਹੈ ਮੇਰੇ ਪਿਤਾ ਦੇ ਲਫ਼ਜ਼ ਹੋਇਆ ਕਰਦੇ ਸੀ, ਮੈਂ ਮਰਾਂ ਪੰਥ ਜੀਵੇ, ਕਰਕੇ ਵਿਖਾ ਦਿੱਤਾ। ਉਹਨਾਂ ਨੇ ਆਪਣੀ ਸ਼ਹੀਦੀ, ਆਪਣੀ ਜਾਨ ਦੇ ਦਿੱਤੀ, ਲੇਕਿਨ ਕੌਮ ਵਾਸਤੇ ਜੀਂਦੇ ਰਹੇ। ਇਹੀ ਗੱਲ ਮੈਂ ਸਮਝਦਾ ਵਾਂ ਕਿ ਜੋ ਪਿਆਰ ਸੰਗਤ ਨੇ ਮੈਨੂੰ ਦਿੱਤਾ, ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਤੁਸੀਂ ਦੇਖੋਗੇ ਕਿ ਸ਼ਾਇਦ ਗੁਰੂ ਨੇ ਚਾਹਿਆ ਤੇ ਵੱਡੀਆਂ ਸੇਵਾਵਾਂ ਫਿਰ ਤੁਹਾਡੇ ਸਾਹਮਣੇ ਕਰਾਂਗੇ। ਮੈਨੂੰ ਕੁਝ 17 ਮੈਂ ਸਕੂਲ 'ਚ ਪੜ੍ਹੀਆਂ ਸੀਗੀਆਂ, ਸ਼ਾਇਦ EM ਫੋਰੈਸਟਰ ਸੀਗਾ ਉਹਦਾ, ਮੈਂ ਨਾਮ ਜੇ ਗਲਤ ਨਾ ਲੈ ਰਿਹਾ ਹਾਂ, ਕਿ ਆਈ ਹੈਵ ਟੂ ਗੋ ਮਾਈਲਸ ਬਿਫੋਰ ਆਈ ਸਲੀਪ। ਉਹਦਾ ਮਤਲਬ ਸੀ ਕਿ ਹਲੇ ਮੈਂ ਕਈ ਮੀਲ ਦਾ ਸਫ਼ਰ ਕਰਨਾ, ਇਸ ਤੋਂ ਪਹਿਲੇ ਮੈਂ ਆਪਣੀ ਫਾਈਨਲ ਸਲੀਪ, ਜਿਸ ਦਿਨ ਮੈਂ ਸੌਣਾ ਹੈ, ਇਹ ਦੁਨੀਆ ਨੂੰ ਛੱਡ ਕੇ ਜਾਣਾ ਹੈ। ਮੇਰਾ ਖਿਆਲ ਹੈ ਗੁਰੂ ਨੇ ਬਖਸ਼ਿਸ਼ ਕਰਕੇ ਮੇਰੇ ਪਿਤਾ ਤੋਂ ਵੀ ਸੇਵਾ ਲਈ ਸੀ, ਗੁਰੂ ਨੇ ਬਖਸ਼ਿਸ਼ ਕਰਕੇ ਮੈਨੂੰ ਵੀ ਇਹ ਮੌਕਾ ਦਿੱਤਾ ਹੈ, ਅੱਗੋਂ ਵੀ ਇਹ ਗੁਰੂ ਆਸ਼ੀਰਵਾਦ ਦੇ ਕੇ ਇਹ ਸੇਵਾ ਲਏਗਾ। ਇਹ ਸੇਵਾ ਨਾ ਮੈਂ ਕਰ ਰਿਹਾ ਵਾਂ, ਨਾ ਜਥੇਦਾਰ ਸੰਤੋਖ ਸਿੰਘ ਨੇ ਕੀਤੀ ਸੀ, ਇਹ ਸੇਵਾ ਗੁਰੂ ਲੈ ਰਿਹਾ ਔਰ ਗੁਰੂ ਕਰਵਾ ਰਿਹਾ ਔਰ ਗੁਰੂ ਹੀ ਕਰਵਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।